ਲਾਂਬਾ ਸਾਹਿਬ ਇੱਕ ਨੁਕਤਾ ਬੜਾ ਅਹਿਮ ਆ ਇਹਨਾਂ ਦਿਨਾਂ 'ਚ ਆ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਸਿੱਖ ਪੋਲਿਟਿਕਸ ਉਲਝੀ ਹੋਈ ਆ। ਸ਼੍ਰੋਮਣੀ ਕਮੇਟੀ ਦੀ ਚੋਣ ਬੜੀ ਦੇਰ ਤੋਂ ਡਿਊ ਆ। ਪੂਰੇ ਯਤਨ ਕਰਕੇ ਪੰਜਾਬ ਵਿੱਚ ਕੋਈ 50 ਲੱਖ ਤੋਂ ਵੱਧ ਵੋਟਾਂ ਬਣ ਚੁੱਕੀਆਂ ਨੇ ਹੁਣ। ਲੇਕਿਨ ਕਿਉਂਕਿ ਕੇਂਦਰ ਨੂੰ ਜਦੋਂ ਵਾਰਾ ਖਾਂਦਾ ਉਦੋਂ ਹੀ ਇਲੈਕਸ਼ਨ ਕਰਾਉਂਦਾ ਹੈ, ਇੱਥੇ ਸਿੱਖ ਜੀ ਲੀਡਰਸ਼ਿਪ ਦਾ ਦਬਾਅ ਹੈ ਨੀਗਾ, ਇਸ ਕਰਕੇ ਇਹ ਸਾਲਾਂ ਤੱਕ ਇਹ ਲਟਕਦੀਆਂ ਨੇ। ਹੁਣ ਜੇ ਕਿਸੇ ਪੱਧਰ ਦੇ ਉੱਤੇ ਆ ਕੇ ਸਟੇਟ ਜਿਵੇਂ ਕਿ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣ ਗਈ ਹੈ, ਔਰ ਜੇਕਰ ਪੰਜਾਬ ਸਰਕਾਰ ਉਸੇ ਹੀ ਤਰਜ਼ ਤੇ, ਜਦੋਂ ਕਿ ਉਹਨਾਂ ਨੂੰ ਸੁਪਰੀਮ ਕੋਰਟ ਦੀ ਮਾਨਤਾ ਵੀ ਮਿਲ ਗਈ ਆ, ਕੀ ਸਟੇਟ ਦੇ ਵਿੱਚ ਉਹ ਕੋਈ ਆਪਣੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਐਕਟ ਲਿਆ ਸਕਦੀ ਹੈ? 1925 ਵਾਲੇ ਐਕਟ ਦੇ ਸਮਾਨ ਅੰਤਰ ਉਹਦੇ ਹੁੰਦਿਆਂ, ਜਿਹੜਾ ਕਿ ਇੰਟਰ ਬਾਡੀ ਕਾਰਪੋਰੇਟ ਹੈ, ਤੁਸੀਂ ਇਹ ਦੇਖ ਰਹੇ ਹੋ ਕਿ ਕੋਈ ਐਸੀ ਸੰਭਾਵਨਾ ਅਗਲੇ ਸਮੇਂ 'ਚ, ਕਿਉਂਕਿ ਪਿੱਛੇ ਪੰਜਾਬ ਸਰਕਾਰ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ 1925 ਵਾਲੇ ਐਕਟ ਵਿੱਚ ਇੱਕ ਮਤ ਸ਼ਾਮਲ ਕਰ ਹੀ ਚੁੱਕੀ ਹੈ, ਔਰ ਉਹ ਮਾਮਲਾ ਅਜੇ ਫਸਿਆ ਹੋਇਆ। ਪਰ ਜੇ ਉਹਨੂੰ ਪਾਸੇ ਰੱਖ ਲਓ ਵੀ ਉਹ 1925 ਚ ਵਾਧਾ ਘਾਟਾ ਕਰ ਸਕਦੇ ਕਿ ਨਹੀਂ, ਉਹ ਹੁਣ ਆਪਣਾ ਸਟੇਟ ਦਾ ਕਾਨੂੰਨ ਲਿਆ ਸਕਦੇ, ਕੋਈ ਐਕਟ ਬਣਾ ਸਕਦੇ ਆ, ਉਹਨਾਂ ਨੂੰ ਕੋਈ ਰੁਕਾਵਟ ਹੈਗੀ ਹੈ? ਜੇ ਇੰਜ ਹੋਵੇ, ਇੰਜ ਦੀ ਕੋਈ ਸੰਭਾਵਨਾ ਹੋਵੇ, ਕੀ ਤੁਸੀਂ ਦੇਖ ਰਹੇ ਹੋ ਇੰਜ ਦੀ? ਕਿਉਂਕਿ ਪੰਥਕ ਪੋਲਿਟਿਕਸ ਵਿੱਚ ਘਚੋਲਾ ਬੜਾ ਹੈ। ਰੰਧਾਵਾ ਸਾਹਿਬ, ਇਹਦੇ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਆਮ ਬਹਿਸ ਹੁੰਦੀ ਹੈ ਕਿ ਜੀ ਕੇਂਦਰ ਮਜ਼ਬੂਤ ਚਾਹੀਦਾ ਹੈ ਕਿ ਸਟੇਟ ਮਜ਼ਬੂਤ ਚਾਹੀਦੀ ਹੈ, ਫੈਡਰਲਿਜ਼ਮ ਚਾਹੀਦਾ ਹੈ ਕਿ ਕੀ ਹੈਗਾ, ਉਹਦੇ ਵਿੱਚ ਇਹ ਹੈ ਕਿ ਅਸੀਂ ਇਹ ਕਿਉਂ ਸੋਚ ਕੇ ਤੁਰ ਰਹੇ ਹਾਂ ਕਿ ਜੇ ਪੰਜਾਬ ਦਾ ਐਕਟ ਹੋਏਗਾ ਤੇ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਦੀ ਮਰਜ਼ੀ ਫਿਰ ਪੰਜਾਬ ਸਰਕਾਰ ਮੰਨੇਗੀ। ਗੱਲ ਤਾਂ ਇੱਥੇ ਆ ਗਈ। ਉਹ ਵੀ ਪੰਜਾਬ ਸਰਕਾਰ ਵੀ ਜਿਹੜੀ ਹੈ ਵਰਚੁਅਲੀ ਜੋ ਦੇਖਿਆ ਜਾਏ, ਉਹ ਵੀ ਜਿਹੜੀ ਯੂਨੀਅਨ ਗਵਰਨਮੈਂਟ ਹੈ, ਬਲਕਿ ਅਸੀਂ ਉਹਨੂੰ ਸੈਂਟਰ ਕਹਿ ਦਿੰਦੇ ਹਾਂ, ਸੈਂਟਰ ਨਹੀਂ ਹੈਗਾ, ਯੂਨੀਅਨ ਗਵਰਨਮੈਂਟ ਹੈ, ਕਿ ਉਹ ਯੂਨੀਅਨ ਗਵਰਨਮੈਂਟ ਦੇ ਅਗੇਂਸਟ ਜਾਏਗੀ। ਉੱਥੇ ਗੱਲ ਤਾਂ ਫਿਰ ਉੱਥੇ ਹੀ ਆ ਗਈ। ਇਸ ਕਰਕੇ ਇਹ ਅਸੀਂ ਸੋਚ ਕੇ ਕਿਉਂ ਤੁਰਦੇ ਹਾਂ ਕਿ ਪੰਜਾਬ ਸਰਕਾਰ ਦੇ ਸਾਡੀ ਮਰਜ਼ੀ ਮੁਤਾਬਕ ਹੋਏਗੀ। ਇੱਕ ਗੱਲ ਹੋਰ, ਹੁਣ ਅਮਰੀਕਾ ਦੇ ਵਿੱਚ ਕੱਲ ਚੋਣਾਂ ਹੋ ਰਹੀਆਂ ਪ੍ਰੈਜ਼ੀਡੈਂਟ ਦੀਆਂ, ਭਾਵੇਂ ਲੜਾਈ ਲੱਗ ਜਾਏ, ਭਾਵੇਂ ਤੂਫਾਨ ਆ ਜਾਏ, ਝੱਖੜ ਆ ਜਾਏ, ਜੋ ਮਰਜ਼ੀ ਆ ਜਾਏ, ਕੱਲ ਚੋਣਾਂ ਹੈਗੀਆਂ। ਕੱਲ ਦੇ ਉਹ ਡੇਟ ਅੱਗੇ ਇੱਕ ਦਿਨ ਵੀ ਨਹੀਂ ਵੱਧ ਸਕਦੀ। ਪਰ ਜਿਹੜੀ ਹੁਣ ਜ਼ਿੰਮੇਵਾਰੀ ਯੂਨੀਅਨ ਗਵਰਨਮੈਂਟ ਦੀ ਹੈ, ਇਹ ਕਿਉਂ ਕੀਤਾ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਦੋਂ ਚਾਹੁੰਦੇ ਚੋਣਾਂ ਕਰਾਉਂਦੇ ਆ, ਜਦੋਂ ਚਾਹੁੰਦੇ ਨਹੀਂ ਕਰਾਉਂਦੇ, ਕਦੀ 17 ਸਾਲ ਬਾਅਦ, ਹੁਣ 11 ਸਾਲ ਬਾਅਦ। ਸੋ ਇਸ ਕਰਕੇ ਇਹ ਜਿਹੜਾ ਵੱਡਾ ਨੁਕਤਾ ਹੈਗਾ, ਅਗਰ ਐਕਟ ਹੈ, ਅਗਰ ਦਬਾਅ ਪਾਣਾ ਹੈ ਕਿ ਜੇ ਅਗਰ ਮੰਨ ਲਿਆ ਜਾਏ ਆਪਣੀ ਮਰਜ਼ੀ ਨਾਲ ਹੀ ਸਰਕਾਰਾਂ, ਭਾਵੇਂ ਯੂਨੀਅਨ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ, ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਡੇਟਾ ਫਿਕਸ ਕਰ ਸਕਦੀ ਹੈ, ਤੇ ਕੱਲ ਨੂੰ ਕੀ ਇਹ ਮੰਨਿਆ ਜਾ ਸਕਦਾ ਹੈ ਕਿ ਜਿਹੜੀਆਂ ਭਾਰਤ ਪੂਰੇ ਮੁਲਕ ਦੀਆਂ ਚੋਣਾਂ ਹੈਗੀਆਂ, ਉਹ ਜਿਹੜੀ ਸਰਕਾਰ ਨੂੰ ਸੂਟ ਕਰੇ ਉਹਨੂੰ 2 ਸਾਲ ਅੱਗੇ ਵਧਾ ਦੇਵੇ ਤੇ ਪ੍ਰਾਈਮ ਮਿਨਿਸਟਰ ਕੰਟੀਨਿਊ ਕਰੇ। ਸੋ ਇਹ ਜਿਹੜੀ ਚੀਜ਼ ਹੈ, ਮੁੱਖ ਮੁੱਦਾ ਇਹ ਹੈ ਕਿ ਟਾਈਮ ਸਿਰ ਚੋਣਾਂ ਹੋਣੀਆਂ ਚਾਹੀਦੀਆਂ। ਇਹਦੇ ਲਈ ਦਬਾਅ ਪਾਉਣਾ ਚਾਹੀਦਾ ਹੈਗਾ, ਇਹਦੇ ਲਈ ਕੋਈ ਗੱਲ ਹੋਣੀ ਚਾਹੀਦੀ ਹੈ। ਅਦਰਵਾਈਜ਼ ਜੇ ਅਸੀਂ ਫਿਰ ਕਹੀਏ ਕਿ ਪੰਜਾਬ ਦਾ ਐਕਟ ਵੱਖਰਾ ਬਣ ਜਾਏ, ਇਹਦਾ ਮਤਲਬ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਸਾਰੇ ਸੰਸਾਰ ਦੀ, ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਇਹੀ ਸੀਗਾ, ਸਾਰੇ ਸੰਸਾਰ ਦੇ ਗੁਰਦੁਆਰਿਆਂ ਨੂੰ ਇੱਕ ਐਕਟ ਦੇ ਅੰਦਰ ਲਿਆਂਦਾ ਜਾਏ। ਆਲ ਇੰਡੀਆ ਗੁਰਦੁਆਰਾ ਐਕਟ ਦੀ ਡਿਮਾਂਡ ਜਿਹੜੀ ਕਿ ਅਨੰਦਪੁਰ ਸਾਹਿਬ, ਇਹਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਸੀ, ਲੋਂਗੋਵਾਲਾ ਅਕਾਰਡ ਦੇ ਵਿੱਚ ਵੀ ਸੀ, ਮਗਰ ਉਹਦੇ ਵਿੱਚ ਉਹਨਾਂ ਨੇ ਮੰਗ ਨਹੀਂ ਮੰਨੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਮੰਨਿਆ ਜਾਏਗਾ। ਉਹਦੇ 'ਚ ਸੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੇ ਮਤੇ ਬਾਰੇ ਵਿਚਾਰ ਕਰੇਗੀ। ਵਿਚਾਰ ਕਰਨ ਦੀ ਗੱਲ ਕੀਤੀ ਗਈ ਸੀ, ਨਾ ਕਿ ਮੰਗ ਮੰਨਣ ਦੀ ਗੱਲ ਕੀਤੀ ਗਈ, ਜਿਹੜੀ ਅਸੀਂ ਕਹਿ ਦਿੱਤਾ ਕਿ ਮੰਗ ਮੰਨ ਲਈ ਗਈ। ਇਸ ਕਰਕੇ ਪੰਜਾਬ ਦਾ ਐਕਟ ਬਣਾਉਣ ਦੀ ਮੰਗ ਜਿਹੜੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਨਿਆਦੀ ਜਿਹੜਾ, ਜਿਹਦੇ ਤੇ ਸਿਧਾਂਤ ਤੇ ਖੜਾ ਹੋਇਆ, ਜਿਹਦੇ ਲਈ ਕੁਰਬਾਨੀਆਂ ਕੀਤੀਆਂ, ਜਿਹਦੇ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸਾਰੀ ਅਰਦਾਸ ਦਾ ਹਿੱਸਾ ਹੈ, ਉਹਦੇ ਵਿਪਰੀਤ ਜਾਏਗੀ ਜੇ ਅਸੀਂ ਸਿਰਫ ਪੰਜਾਬ ਦੇ ਐਕਟ ਮੰਗ ਕਰੀਏ। ਜੀ, ਮੈਂ ਲਾਂਬਾ ਸਾਹਿਬ ਬਿਲਕੁਲ ਇਹਦੀ ਐਡਵੋਕੇਸੀ ਨਹੀਂ ਕਰ ਰਿਹਾ। ਮੈਂ ਇੱਕ ਸਵਾਲ ਰੇਜ਼ ਕੀਤਾ ਹੈ ਕਿ ਜੇ ਸਿਚੁਏਸ਼ਨ ਬਣਦੀ ਆ, ਕੀ ਪੰਜਾਬ ਸਰਕਾਰ ਸਮਰੱਥ ਹੈ ਕਿ ਉਹ ਹਰਿਆਣੇ ਦੀ ਤਰਜ਼ ਦੇ ਉੱਤੇ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਲਿਆ ਸਕਦੀ ਹੈ? ਕੀ ਉਹ ਪੰਜਾਬ ਦਾ ਐਕਟ ਲਿਆ ਸਕਦੀ? ਜੇ ਇੰਜ ਹੁੰਦਾ ਹੈ ਤਾਂ ਕੀ ਉਹਨੂੰ ਰੋਕਿਆ ਜਾ ਸਕਦਾ? ਕੀ ਉਹਦੇ ਉੱਤੇ ਕੋਈ ਕਾਨੂੰਨੀ ਬੰਦਿਸ਼ ਹੈ ਕਿ ਉਹ ਨਹੀਂ ਲਿਆ ਸਕਦੀ? 1925 ਦੇ ਐਕਟ ਦੇ ਹੁੰਦੇ ਆ। ਤੁਸੀਂ ਐਡਵੋਕੇਟ ਹੋ, ਤੁਸੀਂ ਵਕਾਲਤ ਕੀਤੀ, ਮੈਂ ਤਾਂ ਤੁਹਾਡੇ ਕੋਲੇ ਸਵਾਲ ਲਿਆ, ਕਿਉਂਕਿ ਕਈ ਵਾਰੀ ਚੀਜ਼ਾਂ। ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਮੈਂ ਅੱਗੇ ਵੀ ਬੇਨਤੀ ਕੀਤੀ ਹੈ ਕਿ ਜਿਵੇਂ ਹੁਣ ਹਰਿਆਣੇ ਦਾ ਐਕਟ ਸੀਗਾ, ਹਾਲਾਂ ਉਹ ਜਿਹੜਾ ਪੰਜਾਬ ਦਾ ਐਕਟ ਜਿਹੜਾ ਬਣਿਆ ਸੀਗਾ, ਉਹ ਇੰਟਰਸਟੇਟ ਐਕਟ ਸੀਗਾ, ਜਿਵੇਂ ਜਮਸ਼ੀਦ ਜੀ ਵੀ ਕਹਿ ਰਹੇ ਹੈ, ਮਗਰ ਉਸ ਦੇ ਬਾਵਜੂਦ ਉਸ ਐਕਟ ਨੂੰ ਸੁਪਰੀਮ ਕੋਰਟ ਨੇ ਮਾਨਤਾ ਦੇ ਦਿੱਤੀ। ਹੁਣ ਵਟ ਇਜ਼ ਲਾਅ ਕਹਿੰਦਾ ਜਿੱਥੇ ਲੱਗੇ ਉੱਥੇ ਲਾ। ਕੀ ਗਰੰਟੀ ਹੈਗੀ ਕਿ ਪੰਜਾਬ ਕਰਦਾ ਤੇ ਸੁਪਰੀਮ ਕੋਰਟ ਉਹਦੇ ਵਿਪਰੀਤ ਕਰ ਦੇਵੇ? ਇਹ ਵੀ ਹੁੰਦਾ ਰਿਹਾ ਕਿ ਐਕਸੈਪਸ਼ਨਸ ਦੇ ਕੇ ਉਹ ਕੁਝ ਵੀ ਕਰ ਸਕਦੇ ਆ। ਇਸ ਕਰਕੇ
ਬਣਾ ਸਕਦੇ ਕਿ ਨਹੀਂ ਬਣਾ ਸਕਦੇ, ਆਖਰ ਤੇ ਉਹੀ ਹੋਣਾ ਜਿਹੜਾ ਸੁਪਰੀਮ ਕੋਰਟ ਨੇ ਕਹਿਣਾ। ਪਰ ਉਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਮੇਰਾ ਖਿਆਲ ਹੈ ਇਹ ਪੰਜਾਬ ਦੇ ਸ਼੍ਰੋਮਣੀ ਕਮੇਟੀ ਦੇ ਔਰ ਸਿੱਖਾਂ ਦੇ ਹਿੱਤਾਂ 'ਚ ਨਹੀਂ ਹੋਏਗਾ ਇਸ ਤਰ੍ਹਾਂ ਦੀ ਕੋਈ ਮੂਵ ਜਿਹੜੀ ਕੀਤੀ। ਮੈਂ ਛੋਟੀ ਜਿਹੀ ਗੱਲ ਕਰ ਦਿਆਂ, ਹਾਂ ਮੈਂ ਤੁਹਾਡੀ ਰਾਏ ਲੱਗਿਆ ਲੈਣ ਪਹਿਲਾਂ। ਹਾਂਜੀ, ਸਿੱਖ ਗੁਰਦੁਆਰਾ ਐਕਟ 1925 ਤਾਂ ਹੈ ਹੀ ਪੰਜਾਬ ਅਸੈਂਬਲੀ ਦਾ, ਇਹਦੇ ਪੈਰਲਲ ਦਾ ਬਣਾਉਣ ਦੀ ਲੋੜ ਹੀ ਨਹੀਂ ਗਈ। ਸੋ ਉਹ ਮੁੱਦਾ ਉਹ ਨਹੀਂ ਹੈ। ਤੇ ਇਹ ਜਿਹੜਾ ਹਰਿਆਣੇ ਦਾ ਐਕਟ ਬਣਿਆ ਹੈ, ਇਹ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਕਲਾਜ਼ਸ ਮੈਂਸ਼ਨਡ ਹੈ ਜਿਹਦੇ ਅੰਡਰ ਬਣਿਆ। ਜੇ ਅਪੋਜ਼, ਹਾਂ ਉੱਥੇ ਮੈਂਸ਼ਨਡ ਹੈ ਸਾਰਾ। ਇਹ ਪਹਿਲੀ ਵਾਰੀ 1970 ਦੇ ਵਿੱਚ ਮੂਵ ਚੱਲੀ ਸੀ। ਮੈਂ ਇਤਿਹਾਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਗੁਰਚਰਨ ਸਿੰਘ ਟੌੜਾ ਨੇ ਅਪੋਜ਼ ਕੀਤਾ ਸੀ, SGPC ਨੇ ਮਤਾ ਪਾਇਆ ਸੀਗਾ ਇਹਦੇ ਖਿਲਾਫ। ਉਹ ਹਰਿਆਣਾ ਗੁਰਦੁਆਰਾ ਬੋਰਡ ਬਣਾਉਣ ਲੱਗੇ ਸੀਗੇ। ਐਕਟ ਦਾ ਪਾਰਟ ਹੈ, ਕੋਈ ਨਵੀਂ ਗੱਲ ਨਹੀਂ ਹੈ। PAU, SGPC, ਪੰਜਾਬ ਯੂਨੀਵਰਸਿਟੀ, ਇਹ ਇੰਟਰਸਟੇਟ ਬਾਡੀ ਕਾਰਪੋਰੇਟਸ ਬਣੀਆਂ ਸੀ ਸਾਰੀਆਂ। ਪੰਜਾਬ ਯੂਨੀਵਰਸਿਟੀ ਸੈਂਟਰ ਦੇ, ਪੰਜਾਬ ਦੀ ਗ੍ਰਾਂਟ ਵੀ ਆਉਂਦੀ ਹੈ, ਹਰਿਆਣੇ ਦੀ ਵੀ ਆਉਂਦੀ ਹੈ। ਹਰਿਆਣੇ ਨੇ ਪਹਿਲਾਂ ਤਾਂ ਆਪਣੀ HAU ਬਣਾਈ। ਸੋ ਉਹ ਕਈ ਕੁਛ, ਪੰਜਾਬ ਫਾਈਨੈਂਸ਼ੀਅਲ ਕਾਰਪੋਰੇਸ਼ਨ, PAU, SGPC, ਇਹ ਇੰਟਰਸਟੇਟ ਬਾਡੀ ਕਾਰਪੋਰੇਟ ਹੈ। ਤੇ ਉਹਦੇ ਰਿਕਮੈਂਡੇਸ਼ਨ ਹੈ ਕਿ ਓਵਰ ਦੀ ਈਅਰਸ ਹਰਿਆਣਾ ਆਪਣੀਆਂ ਬਾਡੀਜ਼ ਅਲੱਗ ਬਣਾਏਗਾ। ਇਹ ਉਹਦੇ ਅੰਡਰ ਬਣੀ ਹੋਈ ਹੈ, ਕੋਈ ਐਸੀ ਗੱਲ ਨਹੀਂ ਹੈ ਇਹਦੇ ਚ ਜੀ। ਇਸ ਹਾਂਜੀ, ਤੇ ਮਸਲਾ ਹੈ ਕਿ ਜਿਹੜੀ SGPC ਜਨਰਲ ਹਾਊਸ ਦੀ ਇਲੈਕਸ਼ਨ ਹੈ, ਇਹ ਟਾਈਮ ਬਾਉਂਡ ਕੀਤੀ ਜਾਵੇ। ਇਹਦੇ ਵਾਸਤੇ ਮਤਾ ਪਾਸ ਕਰੇ SGPC ਦਾ ਜਨਰਲ ਹਾਊਸ ਜੀ, ਇਹ ਰਿਕਮੈਂਡ ਕਰੇ। ਵੈਸੇ ਕੇਂਦਰ ਆਪ ਵੀ ਕਰ ਸਕਦੀ ਹੈ, ਕਰ ਸਕਦੇ ਆ ਕੇਂਦਰ ਵਾਲੇ, ਕਿਉਂਕਿ ਜਿਹੜਾ ਆਪਣਾ ਵਿਮਨ ਰਿਜ਼ਰਵੇਸ਼ਨ ਸੀ 30 ਸੀਟਾਂ ਦਾ, ਉਹ ਐਗਜ਼ੈਕਟਿਵ ਆਰਡਰ ਹੋਇਆ ਸੀਗਾ ਤੇ ਉਹ ਅਮੈਂਡਮੈਂਟ ਪਾਰਲੀਮੈਂਟ ਦੇ ਵਿੱਚ ਨਹੀਂ ਸੀ ਆਈ। ਲੇਕਿਨ ਇਹ ਸਹਿਜ ਧਾਰੇ ਵਾਲੇ ਮਾਮਲੇ ਦੇ ਵਿੱਚ ਜਦੋਂ ਇਹ ਸਾਰਾ ਕੇਸ ਚੱਲਿਆ, ਫਿਰ ਇਹ ਗੱਲ ਕਲੀਅਰ ਹੋ ਗਈ ਸੀ ਕਿ ਐਗਜ਼ੈਕਟਿਵ ਆਰਡਰ ਨਹੀਂ ਕਰਨਾ ਕਦੇ ਵੀ। ਸੋ ਇਹ SGPC ਦਾ ਜਨਰਲ ਹਾਊਸ ਰਿਕਮੈਂਡ ਕਰੇ, ਕਰਦੇ ਨਹੀਂ, ਇਹਨਾਂ ਨੂੰ ਸੂਟ ਨਹੀਂ ਕਰਦੀ। ਇਹ ਰਿਕਮੈਂਡ ਕਰਨ ਕੇਂਦਰ ਨੂੰ ਕਿ ਇੱਕ ਮਿੰਟ ਜੀ, ਕਿ ਇਹ ਟਾਈਮ ਬਾਉਂਡ ਕੀਤੀ ਜਾਵੇ, 5 ਸਾਲ ਦੀ ਟਰਮ ਕਰੋ ਇਹਦੀ। ਪ੍ਰਧਾਨ ਵੀ ਕਿਉਂ ਹਰ ਸਾਲ ਚੁਣਿਆ ਜਾਵੇ, ਇਹ ਤਾਂ ਹਾਊਸ ਦੀ ਮਰਜ਼ੀ ਹੈ। CM ਜਿਵੇਂ CM ਚੁਣਿਆ ਜਾਂਦਾ ਹੈ, ਜੇ ਹਾਊਸ ਨਹੀਂ ਚਾਹੇਗਾ ਤਾਂ ਜੋ ਪ੍ਰੈਜ਼ੀਡੈਂਟ ਕੰਟੀਨਿਊ ਨਹੀਂ ਕਰੇਗਾ, ਬਦਲਿਆ ਜਾ ਸਕਦਾ ਹੈ। ਸੋ ਇਹ ਟਾਈਮ ਬਾਉਂਡ ਇਲੈਕਸ਼ਨ ਹੋਣੀ ਚਾਹੀਦੀ ਹੈ, ਮਸਲੇ ਸਾਰੇ ਖਤਮ ਹੋ ਜਾਂਦੇ। ਜਾਂ ਆਲ ਇੰਡੀਆ ਗੁਰਦੁਆਰਾ ਐਕਟ ਬਣੇ, ਉਹ ਪੰਜਾਬ ਅਕਾਲੀ ਦਲ ਨੇ ਵਰਚੁਅਲੀ ਉਹ ਤਾਂ ਮੂੰਹ ਮੋੜ ਲਿਆ ਸੀਗਾ ਸੰਨ 2000 ਦੇ ਵਿੱਚ। ਜਿਹੜਾ ਲਾਂਬਾ ਸਾਹਿਬ, ਇਹ ਜਿਹੜਾ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਸੀਗਾ, ਇਹ ਸਾਰੇ ਮਸਲਿਆਂ ਦਾ ਹੱਲ ਸੀਗਾ, ਪਰ ਫਿਰ ਵੀ ਗੱਲ ਤਾਂ ਸੈਂਟਰ ਕੋਲ ਹੀ ਰਹਿਣੀ ਸੀ ਵੀ ਜਦੋਂ ਚਾਹਣ ਇਲੈਕਸ਼ਨ ਕਰਾਉਣ। ਕਦੇ 11 ਸਾਲ ਮੈਂ ਜਦੋਂ ਕਹਿੰਦਾ ਕਿ ਟਾਈਮ ਬਾਉਂਡ ਕਰੋ ਇਲੈਕਸ਼ਨ, ਸੈਂਟਰ ਚਾਹਣ ਦੀ ਗੱਲ ਹੀ ਨਹੀਂ। ਜੋ ਇਲੈਕਸ਼ਨ ਟਾਈਮ ਬਾਉਂਡ ਹੋਏਗੀ, ਸੈਂਟਰ ਤੇ ਚਾਹਣ ਦੀ ਗੱਲ ਹੀ ਖਤਮ ਹੋ ਗਈ ਫਿਰ ਤਾਂ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜਿਹੜੀ ਜੀ ਉਹਦੇ ਵਿੱਚ ਇਸ ਤਰ੍ਹਾਂ ਜੀ, ਜਿਹੜੀ ਸਰ ਜਗਤਾਰ ਸਿੰਘ ਜੀ ਨੇ ਦੱਸਿਆ ਹੈ ਕਿ ਜਿਵੇਂ ਉਹ ਬੀਬੀਆਂ ਦੀ ਰਿਜ਼ਰਵੇਸ਼ਨ ਸੀ, ਲੇਡੀਜ਼ ਦੀ ਰਿਜ਼ਰਵੇਸ਼ਨ ਸੀ, ਇਸ ਤੋਂ ਇਲਾਵਾ ਹੋਰ ਵੀ ਕਈ ਕੁਝ ਸੀਗਾ। ਕਿਉਂਕਿ ਉਸ ਐਕਟ ਦੇ ਵਿੱਚ ਜਿਹੜਾ ਬਣਾਇਆ ਸੀ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ, ਕਿ ਉਹ ਕੇਂਦਰ ਸਰਕਾਰ ਜਿਹੜੀ ਯੂਨੀਅਨ ਗਵਰਨਮੈਂਟ ਹੈ, ਉਹ ਬਾਈ ਨੋਟੀਫਿਕੇਸ਼ਨ ਅਮੈਂਡਮੈਂਟ ਕਰ ਸਕਦੀ ਸੀ। ਇਹ ਵੀ ਬੜੀ ਵੱਡੀ ਇੱਕ ਅਨੋਮਲੀ ਹੈ, ਦੁਬਿਧਾ ਹੈਗੀ ਹੈ ਕਿ ਜਿਹੜਾ ਐਕਟ ਨੂੰ ਉਹਦੇ ਵਿੱਚ ਨਹੀਂ ਹੈ ਕਿ ਐਗਜ਼ੈਕਟਿਵ ਦੇ ਆਰਡਰ ਕਰ ਸਕਦੀ ਹੈ। ਦੇਖੋ, ਉਹ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਨਹੀਂ ਹੈ, ਨਹੀਂ ਕਰ ਸਕਦੀ ਹੈ। ਨਹੀਂ ਸਰ, ਨਹੀਂ ਹੈ, ਉਹਦੇ ਐਕਟ ਦੇ ਵਿੱਚ ਨਹੀਂ ਹੈ, ਨਹੀਂ ਹੈ ਉਹਦੇ। ਮਗਰ ਉਹ ਚਾਰ ਅਮੈਂਡਮੈਂਟਸ ਕੀਤੀਆਂ ਇਹਨਾਂ ਨੇ, ਜਿਹੜੀ ਦਮਦਮਾ ਸਾਹਿਬ ਨੂੰ ਬਣਾਉਣ ਦੀ, ਸਹਿਜਧਾਰੀਆਂ ਦੀ, ਲੇਡੀਜ਼ ਦੀ ਰਿਜ਼ਰਵੇਸ਼ਨ ਦੀ, ਔਰ ਸ਼ਾਇਦ ਇੱਕ ਹੋਰ ਸੀਗੀ ਕੋਈ। ਔਰ ਉਸ ਵੇਲੇ ਵੀ ਹੋਇਆ ਸੀ ਕਿ ਇਲੀਗਲ ਹੈ, ਪਰ ਉਹ ਜਾਇਜ਼ ਹੋਏ ਨਜਾਇਜ਼ ਹੋਏ ਵੱਖਰਾ ਹੈ, ਪਰ ਇਹਨੂੰ ਇਸ ਤਰੀਕੇ ਨਾਲ ਨੋਟੀਫਿਕੇਸ਼ਨ ਅਮੈਂਡ ਕਰਨਾ ਐਕਟ ਨੂੰ, ਇਹ ਬੜਾ ਵੱਡੀ ਇੱਕ ਅਨੋਮਲੀ ਹੈਗੀ ਹੈ, ਲੀਗਲ ਅਨੋਮਲੀ ਹੈ। ਪਰ ਇਹਨਾਂ ਨੇ ਕੀਤਾ, ਔਰ ਜਿਹੜੀ ਅਖੀਰ ਚ ਆ ਕੇ ਉਹ ਸਹਿਜਧਾਰੀ ਮੁੱਦੇ ਤੇ ਅੜ ਗਈ, ਔਰ ਜਿਹੜੀ ਸੁਪਰੀਮ ਕੋਰਟ ਨੇ ਕਿਹਾ, ਬਾਅਦ ਵਿੱਚ ਇਹਨਾਂ ਨੇ ਕੋਸ਼ਿਸ਼ ਕਰਕੇ ਫਿਰ ਉਹਨੂੰ ਬਾਈ ਆਰਡੀਨੈਂਸ ਜਿਹੜੀ ਹੈਗੀ ਉਹਨੂੰ ਕਰਵਾਈ ਹੈਗੀ ਹੈ। ਸੋ ਇਹ ਕਾਫੀ ਲਾਂਬਾ ਸਾਹਿਬ, ਪਾਰਲੀਮੈਂਟ ਦੇ ਵਿੱਚ ਫਿਰ ਇਹਨਾਂ ਨੂੰ ਲਿਆਉਣਾ ਪਿਆ ਜੀ, ਲਿਆਉਣਾ ਪਿਆ ਜੀ ਪਾਰਲੀਮੈਂਟ ਚ। ਸਹਿਜਧਾਰੀਆਂ ਉੱਥੋਂ ਫਿਰ ਹੋਇਆ ਸੀਗਾ, ਤਾਂ ਹੀ ਕਰਕੇ ਹੋਇਆ ਕਿ ਮੈਂਬਰ ਜਿਹੜੇ ਲੇਡੀਜ਼ ਮੈਂਬਰ ਜਾਂ ਡਬਲ ਹਲਕੇ ਕਰਨ ਦਾ ਸੀ, ਉਹ ਵੀ ਲਿਆਉਣਾ ਪਿਆ। ਉਹਦਾ ਕੁਝ ਨਹੀਂ ਹੋਇਆ, ਨਹੀਂ ਕੁਝ ਨਹੀਂ ਕੀਤਾ, ਉਹ ਐਜ਼ ਇਟ ਇਜ਼ ਚੱਲਦਾ ਰਿਹਾ, ਉਹ ਚੱਲਦਾ ਰਿਹਾ। ਮੈਂ ਥੋੜਾ ਜਿਹਾ ਕਲੀਅਰ ਕਰ ਦਿੰਦਾ ਇੱਥੇ, ਜਿਹੜੀ ਉਸ ਵੇਲੇ ਦੀ ਗੱਲਬਾਤ ਸੀਗੀ। ਜਦੋਂ ਗੁਰਚਰਨ ਸਿੰਘ ਟੌੜਾ ਦੇ ਨੋਟਿਸ ਤੇ ਗੱਲ ਆਈ ਸੀਗੀ, ਤੇ ਉਹ ਕਹਿੰਦੇ ਵੀ ਪ੍ਰੋਗਰੈਸਿਵ ਸਟੈਪ ਹੈ, ਤੇ ਇਹਨੂੰ ਆਪਾਂ ਅਪੋਜ਼ ਨਹੀਂ ਕਰਨਾ। ਜੇ ਅਪੋਜ਼ ਕਰਾਂਗੇ ਤੇ ਇਹ ਲੱਗੇਗਾ ਕਿ ਅਸੀਂ ਔਰਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਉਹਦਾ ਕਾਰਨ ਹੈ ਸ਼੍ਰੋਮਣੀ ਕਮੇਟੀ। ਹਾਂਜੀ, ਲੀਗਲੀ ਚੈਲੰਜ ਹੋ ਸਕਦਾ ਕਿਸੇ ਵੇਲੇ? ਹਾਂਜੀ, ਹੋ ਸਕਦਾ ਸੀ, ਬਿਲਕੁਲ ਹੋ ਸਕਦਾ ਸੀ।
ਇਸੇ ਕਰਕੇ ਚੈਲੰਜ ਨਹੀਂ ਕੀਤਾ ਵੀ ਕਿਉਂਕਿ ਪ੍ਰੋਗਰੈਸਿਵ ਮੇਜਰ ਹੈ, ਇਹਨੂੰ ਆਪਾਂ ਚੈਲੰਜ ਨਹੀਂ ਕਰਨਾ। SGPC ਆ ਗੁਰਦੁਆਰਾ ਐਕਟ 1925 ਹਿੰਦੁਸਤਾਨ ਦਾ ਪਹਿਲਾ ਐਕਟ ਹੈ ਜਿਹਨੇ ਵਿਮਨ ਨੂੰ 21 ਸਾਲ ਦੀ ਔਰਤ ਦਾ ਆਪਣੇ ਵੋਟ ਪਾਉਣ ਦਾ ਹੱਕ ਦਿੱਤਾ। ਕਿਤੇ ਵੀ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ, ਈਵਨ ਇੰਗਲੈਂਡ ਦੇ ਵਿੱਚ ਉਸ ਵੇਲੇ ਤੱਕ 21 ਸਾਲ ਦੀ ਔਰਤ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ। ਇਹ ਰਿਕਾਰਡ ਹੈ। SGPC ਕਦੇ ਇਸ ਆਸਪੈਕਟ ਨੂੰ ਪ੍ਰਮੋਟ ਕਰ ਹੀ ਨਹੀਂ ਸਕੀ। ਸਭ ਤੋਂ ਪ੍ਰੋਗਰੈਸਿਵ ਵਿਮਨ ਇੰਪਾਵਰਮੈਂਟ ਤੇ ਜੇ ਕੋਈ ਮੇਜਰ ਆਇਆ ਸੀਗਾ ਤੇ ਇਹ ਐਕਟ ਸੀ। ਇਸੇ ਕਰਕੇ ਟੋੜਾ ਸਾਹਿਬ ਨੇ ਜੋ 30 ਵਾਲੀ ਗੱਲ ਹੋਈ ਹੈ ਉਦੋਂ ਪੋਜ਼ ਨਹੀਂ ਸੀ ਕੀਤਾ। ਜੀ ਲਾਂਬਾ ਸਾਹਿਬ ਬਿਲਕੁਲ ਇਹ ਸਵਾਲ ਤਾਂ ਹੈਗਾ ਕਿ ਕੀ ਫਿਰ ਜਿਹੜੀਆਂ ਚੀਜ਼ਾਂ ਤੁਸੀਂ ਪਾਰਲੀਮੈਂਟ ਦੇ ਵਿੱਚੋਂ ਕਲੀਅਰ ਨਹੀਂ ਕਰਾਈਆਂ ਉਹ ਆਬਜੈਕਸ਼ਨੇਬਲ ਕਿਸੇ ਵੇਲੇ ਵੀ ਹੋ ਸਕਦੀਆਂ, ਉਹਨਾਂ ਤੇ ਕੋਈ ਵੀ ਇਤਰਾਜ਼ ਕਰ ਸਕਦਾ ਜੀ, ਕਿਸੇ ਕੋਰਟ 'ਚ ਜਾ ਸਕਦਾ। ਬਿਲਕੁਲ ਸਹੀ ਕਹਿ ਰਹੇ ਹੋ। ਜਦੋਂ ਇਹ ਬੀਬੀਆਂ ਦਾ ਹੋਇਆ ਸੀ ਔਰ ਦਮਦਮਾ ਸਾਹਿਬ ਦਾ ਹੋਇਆ ਸੀ, ਮੈਨੂੰ ਯਾਦ ਹੈ ਇੱਕ ਐਡੀਟੋਰੀਅਲ ਮੈਂ ਲਿਖਿਆ ਸੀ ਉਹਦੇ ਵਿੱਚ ਕਿ ਇਹ ਮਸਲਾ ਸਹੀ ਹੈ, ਨਿਰਣਾ ਸਹੀ ਹੈ, ਪਰ ਤਰੀਕਾ ਗਲਤ ਹੈ ਜਿਹੜਾ ਬਾਅਦ ਵਿੱਚ ਕਦੀ ਵੀ ਸਾਨੂੰ ਦਿੱਕਤ ਦੇਵੇਗਾ। ਔਰ ਇਹੀ ਗੱਲ ਜਿਹੜੀ ਹੈ ਸਹਿਜਧਾਰੀਆਂ ਦੇ ਉਹਦੇ 'ਚ ਆਈ ਸੀਗੀ। ਸੋ ਕਈ ਵਾਰੀ ਜਿਵੇਂ ਸਰ ਜਗਤਾਰ ਸਿੰਘ ਜੀ ਕਹਿ ਰਹੇ ਹੈ ਪ੍ਰੋਗਰੈਸਿਵ ਸੀ, ਇਸ ਕਰਕੇ ਜਿਹੜੀ ਚੀਜ਼ ਸਾਨੂੰ ਸੂਟ ਕੀਤੀ ਅਸੀਂ ਉਹਦੇ ਤੇ ਰੋਲਾ ਨਹੀਂ ਪਾਇਆ, ਨਹੀਂ ਇਤਰਾਜ਼ ਕੀਤਾ। ਪਰ ਇਹ ਗਲਤ ਢੰਗ ਨਾਲ ਕਰਾਈ ਚੀਜ਼ ਕਦੀ ਵੀ ਜਿਹੜਾ ਨੁਕਸਾਨ ਦੇ ਸਕਦੀ, ਪ੍ਰੈਸੀਡੈਂਟ ਬਣ ਸਕਦੀ ਸੀ। ਔਰ ਜਿਹੜਾ ਕਿ ਸਹਿਜਧਾਰੀਆਂ ਦੇ ਕੇਸ ਵਿੱਚ ਹੋਇਆ, ਬਹੁਤ ਲੰਬਾ ਜਿਹੜਾ ਸੁਪਰੀਮ ਕੋਰਟ ਤੱਕ ਉਹ ਮਾਮਲਾ ਜਾਣਾ ਪਿਆ। ਅਗਰ ਉਸ ਵੇਲੇ ਇਹਨੂੰ ਆਰਡੀਨੈਂਸ ਨਾਲ ਜਾਂ ਐਕਟ ਨਾਲ ਅਮੈਂਡ ਕਰਾ ਲੈਂਦੇ ਉਹ ਜ਼ਿਆਦਾ ਬਿਹਤਰ ਸੀ, ਜਿਹੜਾ ਬਹੁਤ ਦੇਰ ਬਾਅਦ ਵਿੱਚ ਹੋਇਆ। ਜੀ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਹਿਬ, ਲਾਸਟ ਮੈਂ ਤੁਹਾਡੇ ਕਮੈਂਟ ਲੈਣੇ ਆ। ਜਦੋਂ ਪੋਲੀਟੀਕਲ ਲੜਾਈਆਂ ਹੁੰਦੀਆਂ ਨੇ ਤਾਂ ਇਹਦੇ ਵਿੱਚ ਕੋਈ ਕਿਸੇ ਦਾ ਲਿਹਾਜ਼ ਨਹੀਂ ਕਰਦਾ ਔਰ ਇਹ ਮੰਨਿਆ ਜਾਂਦਾ ਹੈ ਕਿ ਫਿਰ ਜਿਹੜਾ ਦੁਸ਼ਮਣ ਬਾਤ ਕਰੇ ਅਣਹੋਣੀ ਵਾਲੀ ਗੱਲ ਆ ਤੇ ਸੱਟ ਸਿਰੇ ਦੀ ਮਾਰੀ ਜਾਂਦੀ ਹੈ। ਜਦੋਂ ਭਗਵੰਤ ਮਾਨ ਦੀ ਸਰਕਾਰ ਇਸ ਐਕਟ ਵਿੱਚ ਅਮੈਂਡਮੈਂਟ ਲੈ ਕੇ ਆਈ, ਸੋਧ ਨਹੀਂ ਮੈਂ ਕਹੂੰਗਾ, ਉਹਨਾਂ ਨੇ ਇੱਕ ਵਿੱਚ ਮੱਦ ਜੋੜਤੀ ਕਿ ਗੁਰਬਾਣੀ ਪ੍ਰਸਾਰਨ ਵਾਲੀ, ਅਜੇ ਤੱਕ ਉਹ ਪੰਗੇ 'ਚ ਫਸਿਆ ਹੋਇਆ ਮਾਮਲਾ। ਇਹਦਾ ਮਤਲਬ ਸਰਕਾਰਾਂ ਦਖਲ ਦੇ ਸਕਦੀਆਂ ਹੁੰਦੀਆਂ, ਬਾਅਦ ਦੇ ਵਿੱਚ ਉਹ ਟੈਕਨੀਕੈਲਿਟੀਜ਼, ਬਾਅਦ ਦੇ ਵਿੱਚ ਲੀਗੈਲਿਟੀਜ਼, ਬਾਅਦ ਦੇ ਵਿੱਚ ਕੋਰਟਾਂ ਭਾਵੇਂ ਸੁਪਰੀਮ ਕੋਰਟ ਤੱਕ ਹੋਵੇ ਉਹ ਰੌਲੇ ਪੈਂਦੇ ਰਹਿੰਦੇ ਆ। ਜਦੋਂ ਤੁਹਾਡੀ ਲੀਡਰਸ਼ਿਪ ਠੀਕ ਤਰੀਕੇ ਨਾਲ ਅੱਗੇ ਨਾ ਵਧ ਰਹੀ ਹੋਵੇ ਜਾਂ ਤੁਹਾਡੀ ਲੀਡਰਸ਼ਿਪ ਦਬਾਅ ਨਾ ਬਣਾ ਸਕਦੀ ਹੋਵੇ ਤਾਂ ਫਿਰ ਤੁਹਾਨੂੰ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ। ਸੋ ਜੇ ਮੈਂ ਤੁਹਾਡੇ ਤੋਂ ਇਹਨੂੰ ਸਮਝ ਲਾਂ ਕਿ ਕਿਸੇ ਵੇਲੇ ਵੀ, ਕਿਉਂਕਿ ਦੇਰ ਤੱਕ ਡਿਲੇ ਹੋ ਰਹੀ ਹੈ ਇਲੈਕਸ਼ਨਸ ਦੇ ਵਿੱਚ, ਸੋ ਸਮੁੱਚਤਾ ਦੇ ਵਿੱਚ ਇਹ ਮਾਮਲਾ ਜੇ ਕਦੇ ਆ ਜੇ, ਫਸ ਜੇ, ਤਾਂ ਫਿਰ ਕੀ ਕੀਤਾ ਜਾ ਸਕਦਾ ਜੀ ਜੇ ਲੀਡਰਸ਼ਿਪ ਢੰਗ ਦੀ ਨਾ ਹੋਵੇ, ਕੰਮ ਦੀ ਨਾ ਹੋਵੇ? ਰੰਧਾਵਾ ਸਾਹਿਬ ਦੇਖੋ, ਸਰਕਾਰ ਦੀ ਇੰਟਰਫੀਅਰੈਂਸ ਤਾਂ ਇਸ ਤਰ੍ਹਾਂ ਦੇ ਅਦਾਰਿਆਂ ਦੇ ਵਿੱਚ ਰਹਿੰਦੀ ਹੈ ਕਿਉਂਕਿ ਬੜੇ ਸੈਂਸਿਟਿਵ ਇਸ਼ੂ ਤੇ ਗੱਲ ਹੋ ਰਹੀ ਹੈ ਕਿ SGPC ਦੀਆਂ ਇਲੈਕਸ਼ਨਸ ਟਾਈਮ ਤੇ ਹੋਣੀਆਂ ਚਾਹੀਦੀਆਂ, 5 ਸਾਲ ਬਾਅਦ ਹੋਣੀਆਂ ਚਾਹੀਦੀਆਂ, ਜੋ ਟਰਮ ਫਿਕਸ ਕੀਤੀ ਗਈ ਹੈ। ਜੇ ਅਸੀਂ 1967 ਤੋਂ ਪਹਿਲਾਂ ਦੀ ਗੱਲ ਕਰੀਏ, ਜਦ ਅਜੇ ਰੀਆਰਗੇਨਾਈਜੇਸ਼ਨ ਨਹੀਂ ਸੀ ਹੋਈ, ਤਾਂ 5 ਸਾਲ ਬਾਅਦ ਹਰ ਇੱਕ ਇਲੈਕਸ਼ਨ ਹੁੰਦੀ ਸੀ, ਕਦੇ ਡਿਲੇ ਨਹੀਂ ਸੀ ਹੁੰਦੀ ਕਿਉਂਕਿ ਇੱਕ ਸਟੇਟ ਕੋਲੇ ਸਾਰੀ ਪਾਵਰ ਸੀ। ਜਦ ਦੀ ਇਹ ਇੰਟਰ ਸਟੇਟ ਬੋਡੀ ਬਣੀ ਹੈ, ਜਦ ਦੀ ਇਹ ਪ੍ਰੋਬਲਮ ਆਈ ਹੈ। ਇਹਦੇ ਵਿੱਚ ਦੋ ਗੱਲਾਂ ਹੈਗੀਆਂ, ਇੱਕ ਤਾਂ ਸੈਂਟਰਲ ਗਵਰਨਮੈਂਟ ਦੀ ਮਨਸ਼ਾ ਤੇ ਕਈ ਵਾਰੀ ਉਸ ਤੋਂ ਜ਼ਿਆਦਾ ਇਹ ਵੀ ਗੱਲ ਮੈਟਰ ਕਰਦੀ ਹੈ ਕਿ ਜੋ ਧੜਾ SGPC ਤੇ ਕਾਬਜ਼ ਹੈ ਉਹਦੀ ਕੀ ਮਨਸ਼ਾ ਹੈ। ਤੁਸੀਂ ਕਦੇ ਸੁਣਿਆ 17 ਸਾਲ ਬਾਅਦ SGPC ਦੀਆਂ ਇਲੈਕਸ਼ਨਾਂ ਹੋਈਆਂ, 13 ਸਾਲ ਬਾਅਦ ਵੀ ਹੋਈਆਂ, ਹੁਣ ਵੀ 11 ਸਾਲ 12 ਸਾਲ ਹੋ ਗਏ। ਕਦੇ ਕਿਸੇ ਅਕਾਲੀ ਦਲ ਦੇ ਲੀਡਰ ਨੇ ਜਾਂ ਜਿਹੜਾ ਧੜਾ SGPC ਤੇ ਕਾਬਜ਼ ਹੈ ਉਹਨੇ ਕਦੇ ਇਹ ਗੱਲ ਕੀਤੀ ਹੈ ਕਿ ਸਾਡੀਆਂ ਇਲੈਕਸ਼ਨਾਂ ਕਰਾਓ? ਹਮੇਸ਼ਾ ਆਪੋਜੀਸ਼ਨ ਵਾਲੇ ਤਾਂ ਕਰਦੇ ਨੇ ਜਿਹੜੇ ਬਾਹਰ ਬੈਠੇ। ਕਦੇ ਵੀ ਜਿਹੜਾ ਧੜਾ ਕਾਬਜ਼ ਹੈ ਨਾ, ਉਹ ਗੱਲ ਹੀ ਨਹੀਂ ਕਰਦਾ ਕਿ ਟਾਈਮ ਤੇ ਇਲੈਕਸ਼ਨ ਹੋਵੇ, ਕਦੇ ਨਹੀਂ ਕੀਤੀ। ਮੈਨੂੰ ਤਾਂ ਨਹੀਂ ਪਤਾ, ਮੈਂ ਵੀ ਇਸ ਤੇ ਕੰਮ ਕੀਤਾ, SGPC ਦੇ ਰੋਲ ਤੇ ਕਿਤਾਬ ਦੇ ਵਿੱਚ ਆਰਟੀਕਲ ਵੀ ਹੈ, ਵੈਸੇ ਵੀ ਮੈਂ SGPC ਤੇ ਇੱਕ PhD ਥੀਸਿਸ ਵੀ ਸੁਪਰਵਾਈਜ਼ ਕੀਤਾ। ਲੇਕਿਨ ਇੰਨੇ ਇੰਟਰਵਲ ਤੋਂ ਬਾਅਦ ਇਲੈਕਸ਼ਨ ਹੋਣ ਦੇ ਬਾਵਜੂਦ ਵੀ ਕਦੇ ਵੀ ਜਿਹੜਾ SGPC ਤੇ ਕਾਬਜ਼ ਧੜਾ ਹੁੰਦਾ ਹੈ ਉਹ ਇਹ ਡਿਮਾਂਡ ਨਹੀਂ ਕਰਦਾ ਕਿ ਜਦ ਤੁਸੀਂ ਪਾਰਲੀਮੈਂਟ ਦੀਆਂ ਇੱਕ ਵਾਰੀ ਖਾਨ ਸਾਹਿਬ, ਇੱਕ ਮਿੰਟ ਜੀ, 1996 ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਾਸਤੇ SGPC ਹਾਈ ਕੋਰਟ ਦੇ ਵਿੱਚ ਗਈ ਸੀ। ਨਹੀਂ, ਮੈਂ ਤੁਹਾਨੂੰ ਦੱਸਾਂ ਉਹਦੇ ਵਿੱਚ ਕੀ ਹੈਗਾ ਕਿ ਜਦ ਸੂਟ ਕਰਦੀ ਹੁੰਦੀ ਹੈ, ਜਦ ਕਹਿੰਦੇ ਨੇ 96 ਦੇ ਵਿੱਚ ਪਤਾ ਆਪਾਂ ਨੂੰ ਕਿ ਅਕਾਲੀ ਦਲ ਦੇ ਫੇਵਰ 'ਚ ਮਾਹੌਲ ਬਣਿਆ ਹੋਇਆ ਸੀ ਸਾਰਾ। ਪਾਰਲੀਮੈਂਟ ਦੀਆਂ ਵੀ ਇਲੈਕਸ਼ਨ ਜਿੱਤੀਆਂ ਉਹਨਾਂ ਨੇ,
ਉਸ ਤੋਂ ਬਾਅਦ ਸਟੇਟ ਅਸੈਂਬਲੀ ਦੇ ਵਿੱਚ ਵੀ ਸਵੀਪ ਕਰ ਗਏ ਸੀ। ਉਹਨਾਂ ਨੂੰ ਪਤਾ ਹੈ ਕਿ ਹੁਣ ਮੌਕਾ ਹੈ, ਹੁਣ ਸਾਡਾ ਕਬਜ਼ਾ ਹੋ ਸਕਦਾ ਹੈ ਤੇ ਅਸੀਂ ਡਿਮਾਂਡ ਕਰ ਲਈਏ। ਹਰ ਇੱਕ ਦਾ ਪੋਲੀਟੀਕਲ ਇੰਟਰਸਟ ਹੈ। ਪਰ ਮੈਨੂੰ ਇੱਕ ਗੱਲ ਮੈਂ ਡਿਫਰੈਂਟ ਐਂਗਲ ਤੋਂ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਕਿ ਇੱਕ ਪਾਸੇ ਤਾਂ ਆਪਾਂ ਸਾਰੀਆਂ ਹੀ ਮਾਈਨੋਰਿਟੀਜ਼ ਇਹ ਗੱਲ ਕਰਦੇ ਆ ਕਿ ਸਰਕਾਰ ਸਾਡੇ ਰਿਲੀਜੀਅਸ ਮਾਮਲਿਆਂ ਦੇ ਵਿੱਚ ਦਖਲ ਦੇ ਰਹੀ ਹੈ, ਤੇ ਦੂਸਰੇ ਪਾਸੇ ਅਸੀਂ ਇਹ ਪੋਜੀਸ਼ਨ ਲਈ ਬੈਠੇ ਆ ਕਿ ਸਰਕਾਰ ਸਾਡੇ ਰਿਲੀਜੀਅਸ ਅਦਾਰਿਆਂ ਦੀ ਇਲੈਕਸ਼ਨ ਕਰਾ ਕੇ ਦੇਵੇ। ਮੈਨੂੰ ਲੱਗਦਾ ਹੈ ਕਿ ਜਦ ਅਸੀਂ ਸੈਕੂਲਰ ਗਵਰਨਮੈਂਟ ਦੇ ਅੰਡਰ ਰਹਿ ਰਹੇ ਹਾਂ, ਅਸੀਂ ਲਗਾਤਾਰ ਕੰਸਿਸਟੈਂਟਲੀ ਇਹ ਪੋਜੀਸ਼ਨ ਲਿੱਤੀ ਹੋਈ ਹੈ ਕਿ ਕਿਸੇ ਸਰਕਾਰ ਨੂੰ ਸਾਡੇ ਧਾਰਮਿਕ ਕੰਮਾਂ 'ਚ ਦਖਲ ਅੰਦਾਜ਼ੀ ਦਾ ਕੋਈ ਰਾਈਟ ਨਹੀਂ ਹੈ। ਤਾਂ ਕਿਉਂ ਨਹੀਂ ਅਸੀਂ ਡਿਮਾਂਡ ਰੱਖਣ ਦੇ ਕਿ ਅਸੀਂ ਆਪਣੀ SGPC ਇਲੈਕਸ਼ਨ ਖੁਦ ਕਰਵਾਵਾਂਗੇ, ਖੁਦ ਸਾਡਾ ਇੱਕ ਇਲੈਕਟੋਰਲ ਕਾਲਜ ਅਸੀਂ ਬਣਾਵਾਂਗੇ, ਖੁਦ ਆਪਣਾ ਇਲੈਕਸ਼ਨ ਕਮਿਸ਼ਨ ਬਣਾਏਗੀ ਕਮਿਊਨਿਟੀ, ਉਹ ਇਲੈਕਸ਼ਨ ਕਰਾਇਆ ਕਰੇਗੀ, ਸਾਰੀ ਮਸਲਾ ਖਤਮ ਹੋ ਜਾਏਗਾ, ਉਹਨਾਂ ਦੀ ਇੰਟਰਫੀਅਰੈਂਸ ਵੀ ਖਤਮ ਹੋ ਜਾਏਗੀ ਤੇ ਜਿਹੜੀਆਂ ਇਲੈਕਸ਼ਨਾਂ ਹੈਗੀਆਂ ਉਹ ਵੀ ਟਾਈਮ ਤੇ ਹੋ ਜਾਣਗੀਆਂ। ਇਹਦੇ 'ਚ ਮੈਨੂੰ ਤਾਂ ਕੋਈ ਹਰਜ ਨਹੀਂ ਲੱਗਦਾ। ਕੀ ਇਹ ਲੀਗਲੀ ਸੰਭਵ ਹੈ? ਲੀਗਲੀ ਬਿਲਕੁਲ ਸੰਭਵ ਹੈ ਜੇ ਇਹ ਰੈਜ਼ੋਲੂਸ਼ਨ ਪਾ ਕੇ ਭੇਜਣ। ਇੱਕ ਮਿੰਟ ਜੀ, ਹੁਣ ਮੈਂ ਜਵਾਬ ਦੇ ਰਿਹਾ ਜੀ। ਤੁਸੀਂ ਲਾਭ ਸਾਹਿਬ ਇੱਕ ਮਿੰਟ ਖੜ ਜਾਓ, ਹੁਣ ਮੈਂ ਜਵਾਬ ਦਿੰਦਾ ਇਹਦਾ। ਬਲੂ ਸਟਾਰ ਤੋਂ ਬਾਅਦ ਸਰਕਾਰ ਦੀ ਲਗਾਤਾਰ ਪ੍ਰੈਸ਼ਰ ਬਿਲਡ ਹੋਇਆ ਕਿ SGPC ਡਿਜ਼ਾਲਵ ਕਰੋ ਤੇ ਇਹਦੀ ਥਾਂ ਤੇ ਸਿੱਖ ਗੁਰਦੁਆਰਾ ਬੋਰਡ ਬਣਾਓ। ਓਰੀਜਨਲ ਲਾਸਟ ਸਿੱਖ ਗੁਰਦੁਆਰਾ ਬੋਰਡ ਸੀਗਾ ਜਿਹੜਾ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਹੈ ਨਾ, ਓਰੀਜਨਲ ਲਾਸਟ ਸਿੱਖ ਗੁਰਦੁਆਰਾ ਬੋਰਡ ਹੈ। SGPC ਜਦੋਂ ਪਹਿਲੇ ਜਨਰਲ ਬਾਡੀ ਮੀਟਿੰਗ ਹੋਈ ਸੀ ਇਲੈਕਸ਼ਨ ਤੋਂ ਬਾਅਦ, ਉਹਦੇ 'ਚ ਰੱਖਿਆ ਗਿਆ ਸੀਗਾ। ਸਰਕਾਰ ਨੇ ਪੂਰਾ ਜ਼ੋਰ ਲਾ ਲਿਆ ਕਿ ਇਹ ਐਕਟ ਅਸੀਂ ਵਿਡਰਾ ਕਰਵਾਓ, ਤੁਸੀਂ ਰੈਜ਼ੋਲੂਸ਼ਨ ਪਾਸ ਕਰੋ ਤੇ ਅਸੀਂ ਇਹਨੂੰ ਵਿਡਰਾ ਕਰਦੇ ਹਾਂ। ਗੁਰਚਰਨ ਸਿੰਘ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਦੋਵੇਂ ਜੇਲ੍ਹ ਦੇ ਵਿੱਚ ਸੀ। ਗੁਰਚਰਨ ਸਿੰਘ ਟੌੜਾ ਕੋਲੇ ਮੈਸੇਜ ਭੇਜਿਆ ਗਿਆ ਥਰੂ IB ਕਿ ਤੁਸੀਂ ਸਾਈਨ ਕਰ ਦਿਓ, ਬਾਦਲ ਸਾਹਿਬ ਬਣ ਗਏ ਇਹ ਐਕਟ ਡਿਜ਼ਾਲਵ ਕਰਨ ਵਾਸਤੇ। ਉਹ ਕਹਿੰਦੇ ਵੀ ਤੁਸੀਂ ਮੈਨੂੰ ਮਿਲਾ ਦਿਓ, ਜੇ ਬਾਦਲ ਸਾਹਿਬ ਮੈਨੂੰ ਮੇਰੇ ਸਾਹਮਣੇ ਗੱਲ ਕਰਨਗੇ ਨਾ ਫਿਰ ਮੈਂ ਸਾਈਨ ਕਰ ਦੂੰ, ਤੇ ਨਾਲ ਕਿਹਾ ਵੀ ਤੁਹਾਨੂੰ ਉੱਥੇ ਨਾਲ ਹੀ ਰਿਲੀਜ਼ ਕਰ ਦੇਣਾ ਦੋਵਾਂ ਨੂੰ। ਸ਼ਰਤ ਰੱਖੀ ਗਈ ਸੀ ਕਿ ਖਾਨ ਸਾਹਿਬ ਜਿਹੜੀ ਤੁਸੀਂ ਪ੍ਰਪੋਜ਼ਲ ਦੇ ਰਹੇ ਹੋ ਨਾ, ਇਹ ਸਰਕਾਰ ਲਗਾਤਾਰ ਕੋਸ਼ਿਸ਼ ਕੀਤੀ ਇਹਨਾਂ ਨੇ ਕਿ SGPC ਡਿਜ਼ਾਲਵ ਹੋਵੇ। ਉਹਦੇ ਬੜੇ ਕਾਰਨ ਹੈਗੇ ਪਿੱਛੇ। ਉਹਦੇ ਸਿੱਖਾਂ ਦਾ ਵੀ ਇੱਕ ਸੈਕਸ਼ਨ ਲਗਾਤਾਰ ਇਸ ਗੱਲ ਨੂੰ ਉਹਨਾਂ ਨੇ ਪ੍ਰਚਾਰ ਕੀਤਾ ਵੀ ਇਹ ਤਾਂ ਤਰੀਕਾ ਹੀ ਗਲਤ ਹੈ ਜੀ ਇਲੈਕਸ਼ਨ ਦਾ। ਸੋ ਇਹਦੀ ਬੈਕਗਰਾਉਂਡ ਹੈ। ਸਰ ਏਜੰਸੀਆਂ ਨੇ ਪੂਰਾ ਜ਼ੋਰ ਲਾਇਆ ਕਿ ਇਹ SGPC ਦਾ ਇਹ ਜਿਹੜੀ ਫਾਰਮ ਹੈ ਇਹ ਡਿਜ਼ਾਲਵ ਹੋਵੇ ਜੀ। ਮੈਂ ਤਾਂ ਸਿਰਫ ਇਸ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਿਹਾ ਜਗਤਾਰ ਸਿੰਘ ਜੀ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਸਰਕਾਰ ਸਾਡੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੀ ਹੈ, ਜਦ ਮੈਂ ਤਾਂ ਕਹਿ ਰਿਹਾ ਵੀ ਸਰਕਾਰ ਤਾਂ ਪੂਰਾ ਜ਼ੋਰ ਲਾ ਰਹੀ ਹੈ। ਸਰਕਾਰ ਤਾਂ ਅੱਜ ਵੀ ਤਿਆਰ ਹੈ, ਉਹਨਾਂ ਨੂੰ ਕਹਿ ਦਿਓ ਉਹ ਤਾਂ ਵਿਡਰਾ ਇਮੀਡੀਏਟਲੀ ਕਰ ਲੈਣਗੇ। ਉਹੀ ਮੈਂ ਕਹਿ ਰਿਹਾ ਕਿ ਇੱਕ ਪਾਸੇ ਖੁਦ ਆਪਾਂ ਜਾ ਕੇ ਆਪਣੀ ਕਮਾਂਡ ਉਹਨਾਂ ਨੂੰ ਫੜਾ ਰਹੇ ਹਾਂ ਕਿ ਸਾਡੀਆਂ ਇਲੈਕਸ਼ਨਾਂ ਨਹੀਂ ਫੜਾ ਰਹੇ। ਸਾਡੇ 'ਚ ਇੰਟਰਫੀਅਰ ਕਰੋ। ਇਲੈਕਸ਼ਨ ਟਾਈਮ ਬਾਉਂਡ ਉਹਦੇ ਬੈਕਗਰਾਉਂਡ ਹੈ, ਜੇ ਤੁਸੀਂ ਐਕਟ ਦੇ ਬੈਕਗਰਾਉਂਡ ਪੜੋਗੇ ਨਾ ਐਕਟ ਕਿਵੇਂ ਬਣਿਆ ਸੀਗਾ, ਉਹਦੇ ਵਿੱਚ ਜਾ ਕੇ ਗੱਲ ਕਲੀਅਰ ਹੁੰਦੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਜੀ ਜੀ, ਮੈਂ ਵੀ ਕੰਮ ਕੀਤਾ ਇੱਥੇ, ਖਾਨ ਸਾਹਿਬ ਮੈਂ ਵੀ ਕੰਮ ਕੀਤਾ ਹੋਇਆ, ਪੂਰਾ ਕੀਤਾ। ਮੈਂ 6 ਮਹੀਨੇ ਲਾ ਕੇ ਮੈਂ 6 ਮਹੀਨੇ ਲਾ ਕੇ ਕੰਮ ਕੀਤਾ ਹੋਇਆ। ਖਾਨ ਸਾਹਿਬ ਲਾਂਬਾ ਸਾਹਿਬ ਜਗਤਾਰ ਸਿੰਘ ਜੀ ਸਿਰਫ ਇਹ ਹੈ ਚਲਾਇਓ ਲਾਂਬਾ ਸਾਹਿਬ ਇੱਕ ਲਫ਼ਜ਼ ਕਹਿ ਲਈਏ ਨਾ। ਲਾਂਬਾ ਸਾਹਿਬ ਮੈਂ ਤਾਂ ਸਿਰਫ ਇਹ ਗੱਲ ਕਰ ਰਿਹਾ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਕਿ ਸੈਂਟਰ ਗਵਰਨਮੈਂਟ ਇਲੈਕਸ਼ਨ ਨਹੀਂ ਹੋਣ ਦੇ ਰਹੀ, ਕਿ ਕਈ ਵਾਰੀ ਜਿਹੜਾ ਕਾਬਜ਼ ਧੜਾ ਹੁੰਦਾ ਉਹ ਵੀ ਉਨਾ ਹੀ ਰਿਸਪੌਂਸਿਬਲ ਹੁੰਦਾ ਨਾ ਇਲੈਕਸ਼ਨ ਹੁੰਦਾ। ਖਾਨ ਸਾਹਿਬ ਤੁਹਾਡੀ ਰਾਏ ਦੇ ਉੱਤੇ ਗੱਲ ਨੂੰ ਅੱਗੇ ਵਧਾ ਰਿਹਾ ਮੈਂ। ਲਾਂਬਾ ਸਾਹਿਬ ਤੋਂ ਇਹਦਾ ਰੈਲੇਵੈਂਸ ਪੁੱਛ ਲਾਂ। ਲਾਂਬਾ ਸਾਹਿਬ ਰੈਲੇਵੈਂਸ ਅੱਛਾ, ਇਹਦੇ 'ਚ ਦੋ ਨੁਕਤੇ ਤੁਸੀਂ ਦੱਸ ਰਹੇ ਹੈਗੇ ਹੋ। ਇੱਕ ਤਾਂ ਜਿਹੜਾ ਹੈਗਾ ਕਿ SGPC ਨਹੀਂ ਕਰਦੀ, ਜਿਵੇਂ ਸਰ ਜਗਤਾਰ ਸਿੰਘ ਦੱਸਿਆ ਕਿ ਹਾਈ ਕੋਰਟ 'ਚ ਕੇਸ ਕੀਤਾ, ਉਹਦੇ ਬਾਅਦ ਅਗਰ ਜਿਹੜੇ 50 ਸਾਲਾ ਇਤਿਹਾਸ ਵਿੱਚ ਕਈ ਵਾਰੀ ਮਤੇ ਹੈਗੇ ਆ ਕਿ ਸਰਕਾਰ ਜਿਹੜੀ ਹੈ ਇਲੈਕਸ਼ਨ ਕਰਾਏ, ਇਹ ਕਈ ਵਾਰੀ ਮਤੇ ਪਾਸ ਹੋਏ ਆ। ਦੂਜੀ ਗੱਲ ਜਿਹੜੀ ਗੱਲ ਖਾਨ ਸਾਹਿਬ ਨੇ ਕਹੀ ਹੈ ਕਿ ਸਰਕਾਰ ਕਿਉਂ ਕਰੇ, ਸਰਕਾਰ ਦਾ ਕੀ ਹੈ। ਜਿਹੜੀ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਉਹ ਵੀ ਬ੍ਰਿਟਿਸ਼ ਪਾਰਲੀਮੈਂਟ ਨੇ ਐਕਟ ਪਾਸ ਕੀਤਾ ਸੀ, ਔਰ ਜਦੋਂ ਇਹ ਗੁਰਦੁਆਰਾ ਐਕਟ ਬਣਾਇਆ ਗਿਆ ਸੀ, ਬਲਕਿ ਬਾਅਦ ਵਿੱਚ ਜਦੋਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਹੋਈ ਸੀ ਤੇ ਬੜਿਆਂ ਨੇ ਕਿਹਾ ਸੀਗਾ ਕਿ ਸਾਨੂੰ ਸਰਕਾਰ ਕੋਲੋਂ ਕਿਉਂ ਬਣਾਉਣਾ ਚਾਹੀਦਾ, ਸਾਨੂੰ ਆਪਣਾ ਬਣਾਉਣਾ ਚਾਹੀਦਾ। ਤੇ ਉਹਦੇ ਵਿੱਚ ਇਹ ਹੈ ਕਿ ਇਟ ਵਾਜ਼ ਏ ਕਿੰਗਸ ਪ੍ਰੋਕਲੇਮੇਸ਼ਨ ਦੈਟ ਦਾ ਕਿੰਗ ਵਿਲ ਨਾਟ ਇੰਟਰਫੀਅਰ ਇਨ ਆਵਰ ਅਫੇਅਰ। ਇਹ ਸਰਕਾਰ ਨੇ ਐਕਟ ਤਾਂ ਸਰਕਾਰ ਨੇ ਬਣਾਉਣਾ ਹੈ। ਆਜ਼ਾਦੀ ਲਈ ਵੀ ਜਿਹੜਾ ਐਕਟ ਹੈਗਾ ਉਹ ਪਾਰਲੀਮੈਂਟ ਨੇ ਜਾਂ ਸਰਕਾਰ ਨੇ ਬਣਾ ਕੇ ਦੇਣਾ ਸੀਗਾ
ਇਸ ਕਰਕੇ ਉਹਦੇ ਵਿੱਚ ਇਹ ਲਿਖਿਆ ਸੀ ਕਿ ਇਹ ਐਕਟ, ਉਹਦੀ ਪ੍ਰੀਐਂਬਲ ਵਿੱਚ ਹੀ ਆਲ ਇੰਡੀਆ ਗੁਰਦੁਆਰਾ ਜਿਹੜਾ ਸਿੱਖ ਗੁਰਦੁਆਰਾ ਐਕਟ ਦਾ ਸੀਗਾ ਕਿ ਦਿਸ ਐਕਟ ਇਜ਼ ਫॉर ਬੈਟਰ ਮੈਨੇਜਮੈਂਟ ਆਫ ਦੀ ਗੁਰਦੁਆਰਾ ਬਾਈ ਦੀ ਸਿੱਖ, ਤੇ ਇਹਨਾਂ ਲਈ ਇੱਕ ਕਿਸਮ ਦੀ ਉਹਦੇ ਅਧੀਨ ਨਹੀਂ ਹੁੰਦਾ, ਉਹਨੂੰ ਲੀਗਲਾਈਜ਼ ਕਰਦਾ ਹੈ। ਜਿਵੇਂ ਹੁਣ ਮੇਰੀ ਗੱਡੀ ਹੈ, ਮੈਂ ਉਹਦੀ ਰਜਿਸਟ੍ਰੇਸ਼ਨ ਕਰਾਂਦਾ, ਭਾਵੇਂ ਉਹਨੂੰ ਮਾਨਤਾ ਸਰਕਾਰ ਦਿੰਦੀ ਹੈ ਪਰ ਹੈ ਤਾਂ ਮੇਰੀ ਹੈ। ਇਸ ਕਰਕੇ ਐਕਟ ਨੂੰ ਤੋੜਨ ਦੀਆਂ ਕੋਸ਼ਿਸ਼ ਬੜੀਆਂ ਹੁੰਦੀਆਂ ਰਹੀਆਂ, ਔਰ ਪਹਿਲਾ ਸਟੈਪ ਇਹ ਕੀਤਾ ਗਿਆ ਕਿ ਜਿਵੇਂ ਹਰਿਆਣੇ ਨੂੰ ਤੋੜਿਆ ਗਿਆ, ਪਟਨਾ ਸਾਹਿਬ ਦੇ ਉੱਤੇ ਜਿਵੇਂ ਕੀਤਾ ਗਿਆ, ਹਜ਼ੂਰ ਸਾਹਿਬ ਦੇ ਉੱਤੇ ਕੀਤਾ ਗਿਆ। ਇਸ ਕਰਕੇ ਇਹਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਡਾਇਰੈਕਟਲੀ ਇਨਡਾਇਰੈਕਟਲੀ ਹੁੰਦੀਆਂ ਰਹੀਆਂ ਔਰ ਹੁੰਦੀਆਂ ਰਹਿਣਗੀਆਂ। ਔਰ ਇਹ ਅਗਰ ਜਿਹੜਾ ਇਹਦਾ ਇੱਕ ਭਾਵੇਂ ਇਹਦਾ ਦਾਇਰਾ ਸੀਮਿਤ ਕਰ ਦਿੱਤਾ ਗਿਆ, ਪਰ ਅੱਜ ਵੀ ਪ੍ਰੈਕਟੀਕਲੀ ਇਹ ਸਾਰੇ ਵਿਸ਼ਵ ਦੀ ਇੱਕ ਕਿਸਮ ਦੀ ਸਿਰਮੌਰ ਸੰਸਥਾ ਹੈ। ਇਹਦਾ ਇਹ ਸਟੇਟਸ ਜਿਹੜਾ ਇਹ ਜ਼ਰੂਰ ਕਾਇਮ ਰਹਿਣਾ ਚਾਹੀਦਾ ਹੈ। ਇਹਦੇ ਨਾਲ ਐਕਟ ਬਣਨ ਨਾਲ ਅਸੀਂ ਸਰਕਾਰ ਦੇ ਅਧੀਨ ਨਹੀਂ ਹੋ ਜਾਂਦੇ, ਬਲਕਿ ਇਹਦੇ ਤੇ ਜਿਹੜਾ ਹੈਗਾ ਇਹਨੂੰ ਗੁਰਦੁਆਰਾ ਪ੍ਰਬੰਧ ਦਾ ਅਧਿਕਾਰ ਕੇਵਲ ਸਿੱਖਾਂ ਨੂੰ ਹੈ। ਇਸ ਕਰਕੇ ਇਹ ਮੌਜੂਦ ਰਹਿਣਾ ਚਾਹੀਦਾ ਜੀ। ਖਾਨ ਸਾਹਿਬ, ਸਵਾਲ ਇਹਦੇ ਚ ਇਹ ਸੀਗਾ, ਵੈਸੇ ਲਾਸਟ ਮੈਂ ਤੁਹਾਡੀ ਟਿੱਪਣੀ ਲੈਣੀ, ਅਸਲ ਚ ਸਵਾਲ ਇਹ ਹੈ ਕਿ ਜਿੱਥੇ ਜਿੱਥੇ ਸਿੱਖਾਂ ਨੇ ਆਪ ਵੀ ਪ੍ਰਬੰਧ ਕੀਤੇ ਉੱਥੇ ਵੀ ਬੜੀ ਖੜਕੀ ਹੈ। ਜਿੱਥੇ ਵਿਦੇਸ਼ਾਂ ਦੇ ਸਾਡੇ ਗੁਰਦੁਆਰੇ ਆ ਨਾ, ਜੇ ਕੋਈ ਵਿਧੀਵਤ ਵਿਧਾਨ ਨਾ ਹੋਊਗਾ ਨਾ ਤਾਂ ਫਿਰ ਖਾਲਸੇ ਫਿਰ ਆਪਣੇ ਤਰੀਕੇ ਨਾਲ ਵੀ ਕਰ ਲੈਂਦੇ ਆ। ਮੈਨੂੰ ਲੱਗਦਾ ਕਿ ਸਿਸਟਮ ਦੇ ਵਿੱਚ ਬੱਝੇ ਰਹਿਣ ਦਾ ਫਾਇਦਾ ਹੁੰਦਾ ਜੀ। ਨਹੀਂ ਠੀਕ ਹੈ, ਮੈਂ ਤਾਂ ਇੱਕ ਮਤਲਬ ਮੈਂ ਇਸ ਦੇ ਫਾਰ ਐਂਡ ਅਗੇਂਸਟ ਬਿਲਕੁਲ ਨਹੀਂ। ਜੇ ਸਿਸਟਮ ਠੀਕ ਹੈ ਤੇ ਠੀਕ ਹੈ, ਪਰ ਆਪਣੀ ਤਾਂ ਮੇਨ ਪ੍ਰੋਬਲਮ ਇਹ ਸੀ ਕਿ ਟਾਈਮ ਤੇ ਇਲੈਕਸ਼ਨਾਂ ਨਹੀਂ ਹੁੰਦੀਆਂ ਤੇ ਉਹਨੂੰ ਕਿਸ ਤਰ੍ਹਾਂ ਟੈਕਲ ਕੀਤਾ ਜਾਵੇ। ਉਸ ਤਰ੍ਹਾਂ ਦੀ ਸਿਚੁਏਸ਼ਨ ਹੈ, ਜੇ ਪ੍ਰੈਸ਼ਰ ਨਾਲ ਹੋ ਸਕਦੀਆਂ ਤਾਂ ਠੀਕ ਹੈ। ਪੰਜਾਬ ਦੇ ਸੰਕਟ ਬੜੇ ਗਹਿਰੇ ਨੇ, ਪਰ ਲੀਡਰਸ਼ਿਪ ਦਾ ਸੰਕਟ ਸਭ ਤੋਂ ਹੀ ਗਹਿਰਾ ਹੈ। ਲੜਾਈ ਤਾਂ ਲੜ ਲਈ ਜਾਂਦੀ ਹੈ, ਲੇਕਿਨ ਨਿਰਣਾਇਕ ਮੌਕੇ ਦੇ ਉੱਤੇ ਸਮੱਸਿਆਵਾਂ ਵੱਡੀਆਂ ਹੋ ਜਾਂਦੀਆਂ ਨੇ। ਤੇ ਪਿਛਲੇ 1-2 ਦਿਨ ਦੇ ਵਿੱਚ ਵੈਸੇ ਤਾਂ ਮਾਮਲੇ ਅਕਾਲ ਤਖਤ ਸਾਹਿਬ ਤੇ ਪਹੁੰਚੇ ਹੋਏ ਨੇ, ਅਕਾਲ ਤਖਤ ਸਾਹਿਬ ਦੇ ਉੱਤੇ ਲੀਡਰਸ਼ਿਪ ਦੀਆਂ ਗਲਤੀਆਂ ਤੇ ਗੁਨਾਹਾਂ ਦਾ ਜ਼ਿਕਰ ਹੋ ਰਿਹਾ, ਪਰ ਅਸੀਂ ਇਸ ਦੌਰ ਤੋਂ ਵੀ ਜਦੋਂ ਪਿੱਛੇ ਜਾਂਦੇ ਆ ਤਾਂ ਮਾਮਲੇ ਉਦੋਂ ਵੀ ਲਗਭਗ ਗੁਨਾਹਾਂ ਵਰਗੇ ਹੀ ਨੇ। ਜਦੋਂ ਤੁਸੀਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦੇ ਮੂੰਹੋਂ ਸੁਣਦੇ ਹੋ ਕਿ ਮੈਂ ਆਰਟੀਆਈ ਦੇ ਵਿੱਚ ਡਾਟਾ ਮੰਗਿਆ ਕਿ ਚੰਡੀਗੜ੍ਹ ਤੇ ਕਦੇ ਕਲੇਮ ਹੀ ਨਹੀਂ ਕਿਸੇ ਸਰਕਾਰ ਨੇ ਕੀਤਾ। ਜਗਮੋਹਨ ਸਿੰਘ ਰਾਜੂ ਦੀ ਆਰਟੀਆਈ ਦਾ ਜਵਾਬ 'ਚ ਚੀਫ ਸੈਕਟਰੀ ਨੇ ਕਿਹਾ ਕਿ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ, ਤੇ ਉਸ ਤੋਂ ਬਾਅਦ ਇਹ ਜ਼ਿਕਰ ਹੋਇਆ, ਸਰਦਾਰ ਜਗਤਾਰ ਸਿੰਘ ਹੋਰਾਂ ਵੀ ਕੀਤਾ ਵੀ ਨੋਟੀਫਿਕੇਸ਼ਨ ਦੀ ਲੋੜ ਕਦੋਂ ਸੀਗੀ। ਇਹ ਤਾਂ ਉਸ ਐਕਟ ਦੇ ਵਿੱਚ ਹੀ ਸੀਗਾ, 1966 ਦਾ ਜਿਹੜਾ ਐਕਟ ਸੀ। ਜਮਸ਼ੇਦ ਅਲੀ ਖਾਨ ਸਾਹਿਬ ਵੀ ਕਹਿ ਰਹੇ ਸੀਗੇ। ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜੀ, ਜਦੋਂ ਮੈਂ ਤੁਹਾਡੇ ਤੋਂ ਰਾਜੀਵ ਲੌਂਗੋਵਾਲ ਅਕਾਰਡ ਦੇ ਵਿੱਚ ਜ਼ਿਕਰ ਸੁਣਦਾ ਹੈ, ਜਿਹੜਾ ਚੰਡੀਗੜ੍ਹ ਦਾ ਜ਼ਿਕਰ ਆਉਂਦਾ ਹੈ ਕੈਪੀਟਲ ਏਰੀਆ ਦਾ, ਮੈਨੂੰ ਸਮਝ ਨਹੀਂ ਆਈ ਕਿ ਜਦੋਂ ਏਡੇ ਵੱਡੇ ਲੋਕ ਜਿਨ੍ਹਾਂ 'ਚ ਪ੍ਰਿਥੀਪਾਲ ਸਿੰਘ ਕਪੂਰ ਜਿਹੜੇ ਹੁਣ ਫੌਤ ਹੋ ਗਏ ਨੇ, ਲੌਂਗੋਵਾਲ ਸਾਹਿਬ ਦੇ ਨਾਲ ਸੀ, ਬਲਵੰਤ ਸਿੰਘ, ਜਦੋਂ ਰਾਜੀਵ ਗਾਂਧੀ ਨਾਲ ਇਹ ਕਰ ਰਹੇ ਸੀ ਉਦੋਂ ਵੀ ਇਹਨੂੰ ਬੜੇ ਅਜੀਬ ਤਰੀਕੇ ਨਾਲ ਐਡਰੈਸ ਕੀਤਾ ਗਿਆ ਜੀ। ਉਦੋਂ ਵੀ ਅੱਖਾਂ ਮੀਟ ਕੇ ਘੁੱਗੀਆਂ ਮਾਰੀਆਂ ਗਈਆਂ। ਮੈਂ ਇੱਕ ਵਾਰੀ ਫਿਰ ਆਪਣੀ ਲੀਡਰਸ਼ਿਪ ਦੀਆਂ ਨਾਕਾਮੀਆਂ ਦੇ ਵਿੱਚੋਂ ਦੀ ਲੰਘ ਕੇ ਵਰਤਮਾਨ ਨੂੰ ਦੇਖਣਾ ਚਾਹੁੰਦਾ, ਕੀ ਕਹੋਗੇ? ਬਹੁਤ ਹੀ ਅਹਿਮ, ਗੰਭੀਰ ਔਰ ਬਲਕਿ ਇੱਕ ਲਫ਼ਜ਼ ਹੋਰ ਮੈਂ ਜੋੜ ਲਵਾਂ ਕਿ ਦਰਦਨਾਕ ਇੱਕ ਚੈਪਟਰ ਹੈ ਜਿਹੜਾ ਸਾਡੇ ਇਤਿਹਾਸ ਦਾ। ਮੈਨੂੰ ਇੱਕ ਗੱਲ ਚੇਤੇ ਹੈ, ਇੱਕ ਵਾਰ ਭਾਈ ਅਵਤਾਰ ਸਿੰਘ ਜੀ ਰਾਗੀ ਕਹਿ ਰਹੇ ਸਨ, ਕਹਿੰਦੇ ਕਿ ਮੈਂ ਲੰਡਨ ਹਾਈਡ ਪਾਰਕ ਦੇ ਵਿੱਚ ਸੈਰ ਕਰ ਰਿਹਾ ਸੀ ਤੇ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੱਛੇ ਮੁੜ ਕੇ ਦੇਖਿਆ ਤੇ ਉੱਥੇ ਕੋਈ ਵੀ ਨਹੀਂ ਸੀ। ਬੜੀ ਹੈਰਾਨੀ ਹੋਈ। ਮੈਂ ਕਿਹਾ ਸ਼ਾਇਦ ਮੇਰੇ ਕੰਨਾਂ 'ਚ ਕੁਝ ਆਵਾਜ਼ ਵੈਸੇ ਆਈ ਹੋਏਗੀ। ਦੁਬਾਰਾ ਫਿਰ ਆਵਾਜ਼ ਆਈ ਤੇ ਦੇਖਿਆ ਇੱਕ ਪਿੱਛੇ ਗੋਰਾ ਸੀ ਅੰਗਰੇਜ਼ ਤੇ ਉਹ ਮੁਸਕਰਾ ਰਿਹਾ ਸੀ ਤੇ ਉਹ ਨੇੜੇ ਆ ਗਿਆ, ਕਹਿੰਦਾ ਕਿ ਮੈਂ ਸਿੱਖ ਰੈਜੀਮੈਂਟ ਵਿੱਚ ਕੰਮ ਕਰ ਚੁੱਕਾ। ਉਹਦੇ ਬਾਅਦ ਉਹਨੇ ਇੱਕ ਬੜੀ ਅਹਿਮ ਗੱਲ ਕਹੀ। ਉਹ ਕਹਿਣ ਲੱਗਾ ਜੀ ਕਿ ਸਿੱਖ ਕਦੀ ਮੈਦਾਨੇ ਜੰਗ ਵਿੱਚ ਹਾਰੇ ਨਹੀਂ, ਕਦੀ ਮੋਰਚਿਆਂ ਵਿੱਚ ਹਾਰੇ ਨਹੀਂ, ਪਰ ਟੇਬਲ ਦੇ ਉੱਤੇ ਆ ਕੇ ਕਦੀ ਵੀ ਜਿੱਤੇ ਨਹੀਂ। ਇਹ ਸਾਡੀ ਟ੍ਰੈਜਡੀ ਰਹੀ ਹੈ ਕਿ ਜਦੋਂ ਜੰਗਾਂ ਜਿੱਤ ਕੇ ਜਦੋਂ ਟੇਬਲ ਦੇ ਉੱਤੇ ਆਉਂਦੇ ਹਨ ਬਿਲਕੁਲ ਢਿੱਲੇ ਪੈ ਜਾਂਦੇ ਹਨ, ਜੋ ਅਗਲਾ ਦਿੰਦਾ ਉਹਦੇ ਤੇ ਰੱਖ ਦਿੰਦੇ ਹਨ। ਮੈਨੂੰ ਇੱਕ ਨਿੱਜੀ ਤੌਰ ਦੇ ਉੱਤੇ ਐਕਸਪੀਰੀਅੰਸ ਹੈ ਕਿ ਇੱਕ ਵਾਰੀ ਪਟਨਾ ਸਾਹਿਬ ਵਿੱਚ ਬੜੀ ਅਹਿਮ ਕਾਨਫਰੰਸ ਸੀਗੀ ਜਿਹਦੇ ਵਿੱਚ ਬਹੁਤ ਅਹਿਮ ਹਸਤੀਆਂ ਸ਼ਾਮਲ ਸੀਗੀਆਂ। ਉਹਦੇ ਵਿੱਚ ਜਿਹੜਾ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ, ਸਾਈਨ ਕਰਕੇ ਸਾਰਿਆਂ ਦੇ, ਉਹ ਉੱਥੇ ਹੀ ਸੁੱਟ ਕੇ ਚਲੇ ਗਏ, ਉਹ ਮੇਰੇ ਕੋਲ ਪਿਆ ਹੈਗਾ। ਸੋ ਇਹ ਸਾਡੀ ਟ੍ਰੈਜਡੀ ਹੈ। ਰਹਿ ਗਈ ਗੱਲ, ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਨਾਕਾਮੀਆਂ, ਇਤਿਹਾਸ ਨੂੰ ਦੇਖਣਾ ਪਏਗਾ। 1966 ਤੱਕ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਸੀਗਾ, ਉਸ ਮੋਰਚੇ ਨੂੰ ਸਰਕਾਰ ਨੇ, ਕੇਂਦਰ ਨੇ, ਨਹਿਰੂ ਨੇ, ਉਹਦੇ ਬਾਅਦ ਸਕਸੈਸਿਵ ਸਰਕਾਰਾਂ ਨੇ ਪੂਰੀ ਸ਼ਿੱਦਤ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਔਰ ਪੰਡਿਤ ਜਵਾਹਰ ਲਾਲ ਨਹਿਰੂ ਦਾ ਇੱਥੇ ਤੱਕ ਕਹਿ ਦਿੱਤਾ
मैं देश का मैं कैओस और अबतरी फैलाना पसंद करांगा, मैं देश के टुकड़े मंजूर कर लांगा पर पंजाबी सूबा कभी भी नहीं मनांगा। इतने सख्त लहजे दे विच अखीर दे विच इनू करन लई अकाली दल नूं दो फाड़ किया गया। एक अकाली दल सरदार कपूर सिंह, हरगुरनाथ सिंह और वो जिहड़ा धड़ा सीगा ਉਹਦੇ ਵਿੱਚ आए जिन्हां ने उस वेले पंजाबी सूबे की मंग नूं छड्ड के सिख होमलैंड की मंग नूं शुरू किया। हुण दूसरा धड़ा जिहड़ा आया, जिहड़ा मौजूदा अकाली दल का जिहड़े ਉਹਦੇ सक्सैसर हैगे आ, उस अकाली दल ने पूरी तरह एकदम करके वो समझौता कर लिया। जदों पंजाबी सूबा ऐलानिया गया, नाल ही अकाली दल वालों इंदिरा गांधी का धन्यवाद किया गया, दीपमाला की गई और संत फतेह सिंह जी बाहर विदेश चले गए। 15 दिन के बाद उन्होंने रेजोल्यूशन पास किया। ਲਾਂਬਾ ਜੀ ਆਪਾਂ ਥੋੜੀ ਜਿਹੀ ਨਾਲ ਹੀ ਗੱਲ ਕਰ ਲਈ कि किन्नी जी जी ਦੀਪਮਾਲਾ ਨਹੀਂ ਕੀਤੀ ਗਈ, ਹਾਂਜੀ। ਫੈਸਲਾ ਕੀਤਾ ਸੀ ਕਰਨ ਦਾ, ਦੀਪਮਾਲਾ ਦਾ ਫੈਸਲਾ ਵਾਪਸ ਲੈ ਲਿਆ ਗਿਆ ਸੀ। अच्छा फैसला ले लिया पर अनाउंस होया। अच्छा ठीक है, ਅੱਛਾ, मेरी ਫੈਸਲਾ गलती ਵਾਪਸ है ਲੈ कि- ਲਿਆ ਗਿਆ ਸੀ, ਤੇ- ਨਹੀਂ ਕੀਤੀ। अच्छा ठीक है। ਤੇ ਉਹਦੇ ਬਾਅਦ ਇਹ ਸਾਰਾ ਕੁਝ ਜਿਹੜਾ ਹੋਇਆ, ਉਹਦੇ ਬਾਅਦ ਲੋਂਗੋਵਾਲ ਸਮਝੌਤਾ ਹੋਇਆ। ਲੋਂਗੋਵਾਲ ਸਮਝੌਤਾ ਅਗਰ ਦੇਖਿਆ ਜਾਏ, ਜਿੰਨੀਆਂ ਉਹਦੀਆਂ ਕਲੌਜ਼ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਐਂਟੀ ਪੰਜਾਬ ਹੈ। ਕੋਈ ਵੀ ਕਲੌਜ਼, ਇੱਕ ਵੀ ਕਲੌਜ਼ ਐਸੀ ਨਹੀਂ ਹੈਗੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਹੱਕ ਵਿੱਚ ਹੈਗਾ। 24 ਜੁਲਾਈ 1985 ਨੂੰ ਇਹ ਹੁੰਦਾ ਹੈ, ਸਮਝੌਤਾ ਹੁੰਦਾ ਹੈ ਔਰ ਕੁਝ ਦਿਨਾਂ ਦੇ ਬਾਅਦ ਹੀ ਸੰਤ ਲੋਂਗੋਵਾਲ ਜੀ ਦਾ ਕਤਲ ਹੋ ਜਾਂਦਾ ਹੈਗਾ। ਮਗਰ ਇਹਦਾ ਅਗਰ ਲਾਭ ਹੋਇਆ ਤਾਂ ਇੱਕ ਹੋਇਆ ਕਿ ਬਰਨਾਲਾ ਸਰਕਾਰ ਜਿਹੜੀ ਹੈਗੀ ਹੈ ਉਹ ਪਾਵਰ ਵਿੱਚ ਆ ਜਾਂਦੀ ਹੈ। ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਚੰਡੀਗੜ੍ਹ ਦੀ, ਮੇਰੀ ਗੱਲ ਹੋਈ ਸੀ ਸਾਹਿਬ ਪ੍ਰਿਤਪਾਲ ਸਿੰਘ ਕਪੂਰ ਦੇ ਨਾਲ, ਔਰ ਉਹ ਮੇਨ ਉਹਦੇ 'ਚ ਇਹ ਹੈ ਕਿ ਇਲਾਕਾਈ ਦਾਅਵੇ ਜਿਹੜੇ ਹੈ ਕਲਾਸ 7 ਦੇ ਵਿੱਚ ਲਿਖਿਆ ਗਿਆ ਹੈ ਕਿ ਚੰਡੀਗੜ੍ਹ ਦਾ ਕੈਪੀਟਲ ਪ੍ਰੋਜੈਕਟ ਏਰੀਆ ਪੰਜਾਬ ਦੇ ਹਵਾਲੇ ਕੀਤਾ ਜਾਏਗਾ। ਚੰਡੀਗੜ੍ਹ ਦਾ कैपिटल प्रोजेक्ट एरिया, और दसिया गया, आम ये कहा गया कि चंडीगढ़ पंजाब नूं मिल गया, पर यह लफज बड़ा अहम है कि चंडीगढ़ का कैपिटल प्रोजेक्ट एरिया, और नाल कहा गया कि जिहड़े पहले पंजाबी रीजन के इलाके चंडीगढ़ शामिल किए गए सी वो मुड़ पंजाब नूं जाणगे, जिहड़े हिंदी रीजन के इलाके सी वो मुड़ हरियाणे नूं चले जाणगे। इहदा मतलब यह होया कि चंडीगढ़ का सिर्फ कैपिटल प्रोजेक्ट एरिया और सुखना लेक पंजाब नूं जाएगी, मगर जेड़े दूजे इलाके है अर्सवाइल हिंदी रीजन के इलाके, क्योंकि पंजाबी रीजन और हिंदी रीजन सी, वो चले जाणगे हरियाणे नूं। इहदा मतलब रेलवे स्टेशन, इंडस्ट्रियल एरिया, हवाई अड्डा, ऑक्ट्राय ये हरियाणे नूं चले जाणगे। एक ऐसा समझौता सी कि जिहदे विच ये मेन जेड़े सारे चीज कट के एक किस तरह का एक समझौता किया गया। हालांकि अकाली दल की मंग ये सी शुरू तो सी, क्योंकि हरियाणे पंजाब के डिवीजन की मंग तो सी, पर इनू मंदिया होया जोड़ा काम किया गया वो ये सीगा कि जेड़े कांगड़ा हिली एरिया, नालागढ़ दे, राजस्थान दे वो सारे इलाके जेड़े हैगे आ वो पंजाब, वो जेड़े हिमाचल दे विच शामिल करते गए, और पंजाब दे सारे इस दे नाल ही 44 या 42 कड़ियां रखियां गईयां। पंजाब दा हाई कोर्ट, पंजाब दा हैडवर्क्स, श्रोमणी गुरुद्वारा प्रबंधक कमेटी नूं भी एक किस्म की कारपोरेशन डिक्लेयर करके सेंटर ने अपने अंडर लै लिया। सो पूर वर्चुअली हाई कोर्ट भी लै ली। इको एक स्टेट है जिहदे विच उहदी कैपिटल भी, हाई कोर्ट भी और हैडवर्क्स भी और सारा कुछ खो के पूरे दे पूरे जिहड़े है वो केंद्र ने अपने अधीन लै लए हैगे। और इहदे कारण इहदे पिछे एक बड़ा दिलचस्प है कि इंदिरा गांधी की किताब है माई ट्रुथ, ਉਹਦੇ ਵਿੱਚ ਪੰਨਾ 170 ਦੇ ਉੱਤੇ ਉਹ ਅੰਕਿਤ ਕਰਦੇ ਹੈ ਕਿ ਮੈਂ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਸੀ, ਮੇਰੇ ਪ੍ਰੈਡੀਸੈਸਰ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਸੀ, ਪੰਜਾਬੀ ਹਿੰਦੂ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਸੀ, ਮੇਰੀ ਪਾਰਟੀ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਸੀ, ਪਰ देयर वाज फीयर ऑफ मास वायलेंस, ਇਸ ਕਰਕੇ ਮੈਨੂੰ ਇਹ ਮੰਨਣਾ ਪਿਆ, ਇਹ ਮੰਗ ਮੰਨਣੀ ਪਈ। ਔਰ ਇਸ ਹਾਲਾਤ ਦੇ ਵਿੱਚ ਜਦੋਂ ਮੰਗ ਮੰਨੀ ਜਾਂਦੀ ਹੈ ਮਜਬੂਰੀ ਦੇ ਵਿੱਚ, ਤੇ ਮਜਬੂਰੀ ਦੇ ਵਿੱਚ ਜਿਹੜੀ ਚੀਜ਼ ਕੀਤੀ ਜਾਂਦੀ ਹੈ ਫਿਰ ਉਹਦਾ ਅਸਰ ਕਿੱਦਾਂ ਦਾ ਹੋਏਗਾ। ਇਹ ਜਿਹੜਾ ਸਮਝੌਤਾ ਹੋਇਆ उस तो पहले जिहड़ा कुछ एग्रीमेंट होए, जिहड़ा एक्ट बनिया, वो सारे का सारा। एक गल मैं जरूर कहनी चाहांगा सर जगतार सिंह जी नूं, क्योंकि मैं पहले पढ़िया सी, हुण मेरे को रेडिली अवेलेबल नहीं है। गजट जिहड़ा हुंदा है वो बहुत अहम हुंदा है। तुसीं कोशिश करनी पंजाब दा जिहड़ा इहदा रीऑर्गेनाइजेशन एक्ट दा ओरिजिनल गजट है उहनूं जरूर कढ लो, और जिहड़ा बाद विच छापिया गया, वंडिया गया, ਉਹਦੇ ਵਿੱਚ फर्क है, ਉਹਦੇ ਵਿੱਚ फर्क है। हाँ, ਉਹਦੇ ਉਹ ਮੈਨੂੰ ਪਤਾ ਨਹੀਂ ਕਿਹੜੀ ਕਲੌਜ਼ ਹੈ, ਪਰ ਇੱਕ ਕਲੌਜ਼ ਸੀ। ਅਗਰ ਉਹ ਕਲੌਜ਼ ਨੂੰ ਸਹੀ ਦੇਖਿਆ ਜਾਏ
ਤਾਂ ਇਹ ਸਮਝੌਤੇ ਦੇ ਪੰਜਾਬ ਦੇ ਕਾਫੀ ਹੱਕ ਵਿੱਚ ਆਉਂਦਾ। ਸੋ ਇਹ ਬੈਕਗਰਾਉਂਡ ਹੈਗੀ ਹੈ ਇਹਦੀ। ਕੈਪੀਟਲ ਪ੍ਰੋਜੈਕਟ ਏਰੀਆ ਦਿੱਤਾ, ਔਰ ਬਾਕੀ ਹੋਰ ਵੀ ਗੱਲਾਂ ਜਿੰਨੀਆਂ ਕਲੌਜ਼ਸ ਹੈ, ਅਗਰ ਕਲੌਜ਼ ਬਾਈ ਕਲੌਜ਼ ਵੀ ਤੁਸੀਂ ਵੇਖੋਗੇ, ਉਹ ਸਾਰੇ ਦਾ ਸਾਰਾ ਪੰਜਾਬ ਨਾਲ ਇੱਕ ਬਹੁਤ ਵੱਡਾ ਧੋਖਾ ਸੀ, ਜਿਹੜਾ ਕਿ ਸ਼ਾਇਦ ਇਸ ਤੋਂ ਪਹਿਲੇ ਕਦੀ ਨਹੀਂ ਹੋਇਆ ਜੀ। ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਹਿਬ, ਮੈਂ ਇਹਦੀ ਕੰਟੀਨਿਊਟੀ ਚ ਜੇ ਤੁਹਾਡੇ ਕੋਲ ਸਮਝਾਂ, ਕਿਉਂਕਿ ਤੁਸੀਂ ਰਾਜੀਵ ਲੌਂਗੋਵਾਲ ਅਕਾਰਡ ਨੂੰ ਇਹਦੇ ਉੱਤੇ ਤੁਸੀਂ ਸਟੱਡੀ ਵੀ ਕਰਵਾਈ ਹੈ, ਇਹਦੇ ਉੱਤੇ ਤੁਸੀਂ ਜਿਹੜਾ ਇੱਕ PhD ਦਾ ਥੀਸਿਸ ਹੈ ਉਹਦਾ ਵੀ ਉਹ ਜ਼ਿਕਰ ਆਉਂਦਾ ਹੈ। ਮੈਂ ਜੇ ਤੁਹਾਡੇ ਤੋਂ ਆਪਣੀ ਲੀਡਰਸ਼ਿਪ ਦੀਆਂ ਨਾਕਾਮੀਆਂ ਦੇ ਨਜ਼ਰੀਏ ਤੋਂ ਗੱਲ ਤੋਰਨ ਲਈ ਤੁਹਾਨੂੰ ਕਹਾਂ, ਕਿਉਂਕਿ ਜਿਹੜੇ ਰੌਲੇ ਅੱਜ ਨੇ ਇਹ ਰੌਲੇ ਅੱਜ ਦੇ ਨਹੀਂ, ਇਹ ਸਦੀ ਪੁਰਾਣੇ ਨੇ। ਜਦੋਂ ਸਾਡੀ ਦੇਸ਼ ਦੀ ਵੰਡ ਹੋ ਰਹੀ ਸੀ, ਜਦੋਂ ਆਜ਼ਾਦੀ ਦੀ ਗੱਲ ਹੋ ਰਹੀ ਸੀ, ਕੁਝ ਗੁਨਾਹ ਕੁਝ ਗਲਤੀਆਂ ਉੱਥੋਂ ਤੁਰੀਆਂ ਆਉਂਦੀਆਂ ਨੇ, ਔਰ ਇਹ ਅੱਜ ਤੱਕ ਖਤਮ ਨਹੀਂ ਹੋਈਆਂ। ਹੁਣ ਤੱਕ ਦੀ ਲੀਡਰਸ਼ਿਪ ਤੱਕ ਆਉਂਦਿਆਂ ਅਸੀਂ ਕੋਈ ਆਪਣੇ ਜਿਹੜੇ ਸਾਡੇ ਮੇਨ ਸਟ੍ਰੀਮ ਦੇ ਮੁੱਦੇ ਨੇ ਉਹ ਵੀ ਨਹੀਂ ਸੁਲਝਾ ਸਕੇ। ਕਮਿਊਨਿਟੀ ਦੇ ਮੁੱਦੇ ਅਲੱਗ ਹੁੰਦੇ ਨੇ, ਸਟੇਟ ਦੇ ਮੁੱਦੇ ਅਲੱਗ ਹੁੰਦੇ ਨੇ, ਸਮੁੱਚਤਾ 'ਚ ਜਿਹੜੇ ਉਹ ਵੀ ਨਹੀਂ ਆ ਸਕੇ ਜੀ। ਇਹ ਸਟੇਟ ਅਜੇ ਵੀ ਲੰਗੜੀ ਸਟੇਟ ਹੈ। ਚਲੋ ਇਹ ਰਿਪੀਟ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ, ਭਾਸ਼ਣਬਾਜ਼ੀ ਲੱਗਦੀ ਹੈ, ਪਰ ਇਹ ਸਿਲਸਿਲਾ ਲੰਬਾ ਹੈ। ਜੇ ਤੁਸੀਂ ਇਹਨੂੰ ਇੱਕ ਵਾਰੀ ਅੱਗੇ ਵਧਾ ਸਕੋ। ਰੰਧਾਵਾ ਸਾਹਿਬ, ਦਰਅਸਲ ਜਦ ਵੀ ਆਪਾਂ ਪੰਜਾਬ ਦੇ ਕਿਸੇ ਮਸਲੇ ਦੀ ਗੱਲ ਕਰਦੇ ਹਾਂ ਤਾਂ ਆਟੋਮੈਟਿਕਲੀ ਅਕਾਲੀ ਦਲ ਤੇ ਗੱਲ ਆ ਜਾਂਦੀ ਹੈ। ਸਰ ਉਹ ਕੱਟ ਹੋ ਰਿਹਾ, ਥੋੜਾ ਜਿਹਾ ਨੀਚੇ ਆ ਜਾਓ, ਉੱਪਰੋਂ ਜੋ ਤੁਸੀਂ ਅੱਗੇ ਆ ਗਏ ਤਾਂ ਕੱਟਿਆ ਜਾਂਦਾ। ਹਾਂ ਹੁਣ ਠੀਕ ਹੈ ਜੀ। ਕਿ ਜਦ ਵੀ ਆਪਾਂ ਪੰਜਾਬ ਦੇ ਕਿਸੇ ਮਸਲੇ ਦੀ ਗੱਲ ਕਰਦੇ ਹਾਂ ਤਾਂ ਆਟੋਮੈਟਿਕਲੀ ਅਕਾਲੀ ਦਲ ਤੇ ਗੱਲ ਆ ਜਾਂਦੀ ਹੈ ਤੇ ਅਕਾਲੀ ਲੀਡਰਸ਼ਿਪ ਤੇ। ਪੰਜਾਬ ਦੇ ਵਿੱਚ ਬਹੁਤ ਬੜੀਆਂ ਸੈਂਟਰ ਦੇ ਖਿਲਾਫ ਲੜਾਈਆਂ ਲੜੀਆਂ ਗਈਆਂ ਨੇ ਕਈ ਮੁੱਦਿਆਂ ਨੂੰ ਲੈ ਕੇ, ਲੇਕਿਨ ਜਿਵੇਂ ਲਾਂਬਾ ਸਾਹਿਬ ਨੇ ਵੀ ਕਿਹਾ ਕਿ ਜਦ ਨੈਗੋਸ਼ੀਏਸ਼ਨ ਟੇਬਲ ਤੇ ਆਉਂਦੇ ਆ ਤੇ ਉੱਥੇ ਸਾਡੀ ਲੀਡਰਸ਼ਿਪ ਪੂਰੀ ਤਰ੍ਹਾਂ ਚੁਕੰਨੀ ਨਹੀਂ ਹੁੰਦੀ, ਪੂਰੀ ਤਰ੍ਹਾਂ ਜਾਗਰੂਕ ਨਹੀਂ ਹੁੰਦੀ, ਜਾਂ ਜਿਹੜਾ ਉਹ ਡਰਾਫਟ ਹੁੰਦਾ ਹੈ ਉਹ ਕਿਸੇ ਲੀਗਲ ਬੰਦਿਆਂ ਨਾਲ ਜਾਂ ਇੰਟੈਲੈਕਚੁਅਲਸ ਨਾਲ ਡਿਸਕਸ ਨਹੀਂ ਕੀਤਾ ਜਾਂਦਾ, ਸਿਰਫ ਕੈਜੂਅਲੀ ਸਾਈਨ ਕਰਕੇ ਆ ਜਾਂਦੇ ਹੈਗੇ। ਮੈਂ ਉਹਦੇ 'ਚ ਇੱਕ ਬਹੁਤ ਬੜੇ ਲਕੂਨੇ ਦੀ ਗੱਲ ਕਰਦਾ ਹਾਂ। ਰਾਜੂ ਸਾਹਿਬ ਨੇ ਤਾਂ ਜੋ ਕਿਹਾ ਕਿਉਂਕਿ ਉਹ ਇੱਕ ਪੋਲੀਟੀਕਲ ਪਾਰਟੀ ਨਾਲ ਜੁੜੇ ਹੋਏ ਹੈਗੇ ਕਿ ਪੰਜਾਬ ਕੋਲੇ ਕੋਈ ਪ੍ਰੂਫ ਨਹੀਂ ਹੈ ਕਿ ਚੰਡੀਗੜ੍ਹ ਤੇ ਉਹਨਾਂ ਦਾ ਕਲੇਮ ਹੈ। ਪਰ ਇੱਕ ਗੱਲ ਬੜੀ ਅਜੀਬ ਹੈ, ਤੁਸੀਂ ਰੀਆਰਗੇਨਾਈਜੇਸ਼ਨ ਐਕਟ ਮੈਂ ਵੀ ਸਾਰਾ ਪੜ੍ਹਿਆ ਹੈ, ਉਹਦੇ ਵਿੱਚ ਜਿਹੜੀ ਚੌਥੀ ਕਲਾਜ਼ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਅੱਜ ਤੋਂ ਬਾਅਦ ਜਿਹੜਾ ਚੰਡੀਗੜ੍ਹ ਹੈ, ਖਾਸ ਤੌਰ ਤੇ ਜਿਹੜਾ 2 ਕਾਨੂੰਗੋ ਸਰਕਲਸ ਹੈਗੇ, ਉਹ ਅੱਜ ਤੋਂ ਬਾਅਦ ਯੂਨੀਅਨ ਟੈਰੀਟਰੀ ਹੋਣਗੇ, ਪੰਜਾਬ ਦਾ ਹਿੱਸਾ ਨਹੀਂ ਹੋਣਗੇ। ਯੂਨੀਅਨ ਟੈਰੀਟਰੀ ਬਣ ਗਿਆ, ਲੇਕਿਨ ਬੜੀ ਅਜੀਬ ਜੀ ਗੱਲ ਹੈ ਕਿ ਸਿਰਫ ਪੰਜਾਬ ਦਾ ਇੱਕ ਐਕਟ ਐਸਾ ਹੈ ਜਿਹਦੇ ਵਿੱਚ ਦੋਨਾਂ ਸਟੇਟਸ ਦੇ ਬਾਰੇ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਨਾ ਪੰਜਾਬ ਦੀ ਕੈਪੀਟਲ ਦੇ ਬਾਰੇ ਨਾ ਹਰਿਆਣੇ ਦੀ ਕੈਪੀਟਲ ਦੇ ਬਾਰੇ ਇਹ ਜ਼ਿਕਰ ਹੀ ਨਹੀਂ ਹੋਇਆ। ਐਕਟ ਦੇ ਵਿੱਚ ਕਿਧਰੇ ਨਹੀਂ ਲਿਖਿਆ ਹੋਇਆ ਕਿ ਪੰਜਾਬ ਦੀ ਕੈਪੀਟਲ ਕਿਹੜੀ ਹੋਏਗੀ, ਹਰਿਆਣੇ ਦੀ ਕੈਪੀਟਲ ਕਿਹੜੀ ਹੋਏਗੀ। 2 ਸੂਬੇ ਬਣਾਤੇ, ਕੈਪੀਟਲ ਲੈਸ ਸੂਬੇ ਬਣਾਤੇ, ਲੇਕਿਨ ਸਾਡੀ ਲੀਡਰਸ਼ਿਪ ਨੇ ਬਿਲਕੁਲ ਧਿਆਨ ਹੀ ਨਹੀਂ ਦਿੱਤਾ। ਤੁਸੀਂ ਖੁਸ਼ੀਆਂ ਮਨਾ ਰਹੇ ਹੋ, ਉਹਨੂੰ ਐਕਸੈਪਟ ਕਰ ਰਹੇ ਹੋ, ਘੱਟੋ ਘੱਟ ਸੈਂਟਰਲ ਗਵਰਨਮੈਂਟ ਤੋਂ ਇੰਨਾ ਤਾਂ ਪੁੱਛ ਲਓ ਕਿ ਸਾਡੀ ਕੈਪੀਟਲ ਜਾਂ ਸਾਡੀ ਰਾਜਧਾਨੀ ਸਾਡੇ ਸੂਬੇ ਦੀ ਕਿਹੜੀ ਹੋਏਗੀ। 1966 ਤੋਂ ਲੈ ਕੇ 70 ਤੱਕ ਇਹਦੇ ਬਾਰੇ ਕੋਈ ਕਲੈਰਿਟੀ ਨਹੀਂ ਸੀ ਕਿ ਪੰਜਾਬ ਤੇ ਹਰਿਆਣੇ ਦੀ ਕੈਪੀਟਲ ਕਿਹੜੀ ਹੋਏਗੀ। ਮੈਂ ਗੱਲ ਕਰ ਰਿਹਾ ਸੀ ਕਿ ਇੱਕ ਇਹ ਮਸਲਾ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਸੀ 2019 ਦੇ ਵਿੱਚ, ਲੇਕਿਨ ਉਹਦਾ ਸੰਦਰਭ ਹੋਰ ਸੀ। ਉਹਦਾ ਸੰਦਰਭ ਇਹ ਸੀ ਕਿ ਇੱਕ ਚੰਡੀਗੜ੍ਹ ਦਾ ਰੈਜ਼ੀਡੈਂਟ ਸੀ ਜਿਹੜਾ ਕੈਟੇਗਰੀ ਨੂੰ ਬਿਲੋਂਗ ਕਰਦਾ ਸੀ, SC ਕੈਟੇਗਰੀ ਨੂੰ। ਉਹਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਕਿ ਮੈਂ ਚੰਡੀਗੜ੍ਹ ਦਾ ਰੈਜ਼ੀਡੈਂਟ ਹਾਂ ਔਰ ਚੰਡੀਗੜ੍ਹ ਜਿਹੜਾ ਪੰਜਾਬ ਤੇ ਹਰਿਆਣੇ ਦੀ ਕਾਮਨ ਕੈਪੀਟਲ ਹੈ, ਪਰ ਮੈਨੂੰ ਨਾ ਪੰਜਾਬ ਵਾਲੇ ਕੈਟੇਗਰੀ ਦਾ ਕੰਸੀਡਰ ਕਰਦੇ ਨਾ ਹਰਿਆਣੇ ਵਾਲੇ ਕਰਦੇ ਹੈਗੇ। ਮੈਨੂੰ ਇਹ ਦੋਨਾਂ ਸਟੇਟਾਂ ਦੇ ਵਿੱਚ ਰਾਈਟ ਮਿਲਣਾ ਚਾਹੀਦਾ, ਜਿਹੜੀ ਰਿਜ਼ਰਵ ਪੋਸਟ ਹੈ ਉਹਦੇ ਤੇ। ਤਾਂ ਹਾਈ ਕੋਰਟ ਨੇ ਕੀ ਹੈ, ਪੰਜਾਬ ਤੇ ਹਰਿਆਣਾ ਦੋਨਾਂ ਗਵਰਨਮੈਂਟਸ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਕਿ ਇਹ ਕੋਈ ਪ੍ਰੂਫ ਦਿਓ ਜਿਹਦੇ ਤੋਂ ਐਕਸਪਲੇਨ ਹੋਵੇ ਕਿ ਕਦੋਂ ਇਹ ਪੰਜਾਬ ਤੇ ਹਰਿਆਣੇ ਦੀ ਕਾਮਨ ਕੈਪੀਟਲ
ਬਣਿਆ ਜਾਂ ਡਿਕਲੇਅਰ ਹੋਇਆ ਚੰਡੀਗੜ੍ਹ। ਹੂੰ ਦੋਨੋਂ ਹੀ ਸਟੇਟ ਗਵਰਨਮੈਂਟਸ, ਨਾ ਹਰਿਆਣਾ ਨਾ ਪੰਜਾਬ, ਇਹ ਪ੍ਰੂਫ ਨਹੀਂ ਦੇ ਸਕੀਆਂ ਕਿ ਚੰਡੀਗੜ੍ਹ ਸਾਡਾ ਕਾਮਨ ਕੈਪੀਟਲ ਹੈ, ਸਾਡੇ ਕੋਲੇ ਕੋਈ ਰਿਟਨ ਡਾਕੂਮੈਂਟ ਹੈ, ਦੋਨੋਂ ਹੀ ਨਹੀਂ ਦੇ ਸਕੀਆਂ। ਅਲਟੀਮੇਟਲੀ ਦੇ ਇਸ਼ੂਡ ਨੋਟਿਸ ਟੂ ਦੀ ਸੈਂਟਰਲ ਗਵਰਨਮੈਂਟ। ਫਿਰ ਸੈਂਟਰਲ ਗਵਰਨਮੈਂਟ ਨੇ ਹਵਾਲਾ ਦਿੱਤਾ ਜਨਵਰੀ 1970 ਦੇ ਇੰਦਰਾ ਗਾਂਧੀ ਦੇ ਡਿਸੀਜਨ ਦਾ, ਜਿਹਨੂੰ ਅਸੀਂ ਇੰਦਰਾ ਗਾਂਧੀ ਅਵਾਰਡ ਕਹਿੰਦੇ ਆ। ਜਦ ਸੰਤ ਫਤਿਹ ਸਿੰਘ ਉਹਨਾਂ ਨੇ ਚੰਡੀਗੜ੍ਹ ਨੂੰ ਲੈ ਕੇ ਫਾਸਟ ਰੱਖਿਆ, ਫਾਸਟ ਅਨਟੂ ਡੈਥ, ਤੇ ਬਾਅਦ ਚ ਸੈਲਫ ਇਮੋਲੇਸ਼ਨ ਦੀ ਧਮਕੀ ਦਿੱਤੀ, ਤਾਂ ਇੱਕ ਫੈਸਲਾ ਸੈਂਟਰਲ ਗਵਰਨਮੈਂਟ ਨੇ ਕਰ ਲਿਆ 29 ਜਨਵਰੀ 1970 ਨੂੰ ਕਿ ਜਿਹੜਾ ਕੈਪੀਟਲ ਪ੍ਰੋਜੈਕਟ ਏਰੀਆ ਆਫ ਚੰਡੀਗੜ੍ਹ ਹੈ, ਇਟ ਵਿਲ ਗੋ ਟੂ ਪੰਜਾਬ। ਔਰ ਜਿਹੜਾ ਪੰਜਾਬ 5 ਸਾਲ, ਜਿਹੜਾ ਇਹਦੇ ਬਦਲੇ ਜਿਹੜਾ ਪੰਜਾਬ ਹੈ ਹਰਿਆਣੇ ਨੂੰ ਕੁਝ ਫਾਜ਼ਿਲਕਾ ਤੇ ਅਬੋਹਰ ਦੇ ਹਿੰਦੀ ਸਪੀਕਿੰਗ ਏਰੀਆ ਜਾਏਗਾ, ਜਿਹਦੇ ਤੇ ਉਹ ਆਪਣੀ ਕੈਪੀਟਲ ਬਣਾ ਸਕੇ, ਤੇ ਸੈਂਟਰਲ ਗਵਰਨਮੈਂਟ ਉਹਨਾਂ ਨੂੰ 10 ਕਰੋੜ ਰੁਪਈਆ ਐਜ਼ ਗ੍ਰਾਂਟ ਤੇ 10 ਕਰੋੜ ਰੁਪਈਆ ਐਜ਼ ਲੋਨ ਮਿਲੇਗਾ। ਤੇ 5 ਸਾਲ ਇਹ ਅਰੇਂਜਮੈਂਟ ਰਹੇਗਾ। 5 ਸਾਲ ਦੀ ਗੱਲ ਹੋਈ ਸੀ ਕਿ 5 ਸਾਲ ਤੋਂ ਬਾਅਦ ਇਹ ਪੰਜਾਬ ਨੂੰ ਸ਼ਿਫਟ ਹੋ ਜਾਏਗਾ, ਹਰਿਆਣਾ 5 ਸਾਲ ਦੇ ਅੰਦਰ ਅੰਦਰ ਆਪਣੀ ਰਾਜਧਾਨੀ ਬਣਾ ਲਏਗਾ। ਹੁਣ ਇਹੀ ਮਸਲਾ ਆ ਗਿਆ, ਕਹਿੰਦੇ ਜਦ ਕੋਈ ਚੰਡੀਗੜ੍ਹ ਦਾ ਰੈਜ਼ੀਡੈਂਟ ਇਹ ਕਾਸਟ ਸਰਟੀਫਿਕੇਟ ਸਬਮਿਟ ਕਰਦਾ ਹੈ, ਉਹ ਹਰਿਆਣਾ, ਉਹ ਕਹਿੰਦੇ 5 ਸਾਲ ਵਾਸਤੇ ਸੀ, ਇਹ ਤਾਂ 5 ਸਾਲ ਬਾਅਦ ਇਸ ਦੀ ਸਾਰੀ ਵੈਲਿਡਿਟੀ ਖਤਮ ਹੋ ਗਈ। ਪਰ ਇਹ ਇੱਕ ਕਲੀਅਰ ਕੱਟ ਪ੍ਰੂਫ ਹੈ, ਇਹ ਪਾਰਲੀਮੈਂਟ ਦੀ ਲਾਇਬ੍ਰੇਰੀ 'ਚ ਪਿਆ, ਜੋ ਹੋਮ ਮਿਨਿਸਟਰੀ ਨੇ ਰੱਖਿਆ ਹੋਇਆ। ਇਹ ਜਿਹੜਾ ਹੈਗਾ ਲੋਕ ਸਭਾ ਦੇ ਸੈਕਟਰੀਏਟ ਦੇ ਵਿੱਚ ਡਾਕੂਮੈਂਟ ਪ੍ਰੀਜ਼ਰਵਡ ਹੈ, ਜਿਹੜਾ ਕਲੀਅਰ ਕੱਟ ਪ੍ਰੂਫ ਕਰਦਾ ਹੈ ਕਿ ਇੱਕ ਪ੍ਰੂਫ ਹੈ। ਜਿਵੇਂ ਰਾਜੂ ਹੋਣਾ ਨੇ ਕਿਹਾ ਨਾ ਕਿ ਪੰਜਾਬ ਕੋਲੇ ਇਸ ਚੀਜ਼ ਦਾ ਕੋਈ ਪ੍ਰੂਫ ਨਹੀਂ ਹੈ ਕਿ ਚੰਡੀਗੜ੍ਹ ਤੇ ਉਹਨਾਂ ਦਾ ਕਲੇਮ ਹੈ, ਪਰ ਜਿਹੜਾ 1970 ਦਾ ਜਨਵਰੀ 1970 ਦਾ ਡਾਕੂਮੈਂਟ ਹੈ, ਉਹ ਪਾਰਲੀਮੈਂਟਰੀ ਲਾਇਬ੍ਰੇਰੀ ਦੇ ਵਿੱਚ ਵੀ ਪਿਆ ਹੈ, ਉਹ ਸੈਕਟਰੀਏਟ ਦੇ ਵਿੱਚ ਵੀ ਪਿਆ, ਉਹ ਇੱਕ ਪ੍ਰੂਫ ਦੇ ਤੌਰ ਤੇ ਯੂਜ਼ ਹੁੰਦਾ ਹੈ। ਫਿਰ ਦੂਸਰੀ ਗੱਲ ਆ ਗਈ ਪੰਜਾਬ ਅਕੋਰਡ ਦੀ, ਕਿ ਸਿੰਸੀਅਰਿਟੀ ਦੀ ਗੱਲ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਨੈਗੋਸ਼ੀਏਟਿੰਗ ਟੇਬਲ ਤੇ ਜਾ ਕੇ ਕਿਉਂ ਨਹੀਂ ਵਿਜੀਲੈਂਟ ਰਹਿੰਦੀ, ਆਪਣੇ ਇੰਟਰਸਟ ਨੂੰ ਉੱਥੇ ਕਿਉਂ ਨਹੀਂ ਪ੍ਰੋਟੈਕਟ ਕਰਾਂਦੀ। ਬੜਾ ਕੈਜੂਅਲੀ ਲੈਂਦੇ ਹੈ ਕਿ ਜੋ ਮਰਜ਼ੀ ਲਿਖ ਕੇ ਦੇ ਦਿਓ, ਉਹਦੇ ਤੇ ਯਕੀਨ ਕਰ ਲੈਂਦੇ ਨੇ, ਉਹਦੇ ਤੇ ਸਾਈਨ ਕਰਕੇ ਆ ਜਾਂਦੇ। ਇੱਕ ਤਾਂ ਜਿਹੜਾ ਲਕੂਨਾ ਇਹੀ ਹੈ ਕਿ ਕੋਈ ਕੈਪੀਟਲ ਹੀ ਨਹੀਂ ਸੀ। ਮਤਲਬ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਬਿਲਕੁਲ ਹੀ ਕੈਪੀਟਲ ਦੀ ਕੋਈ ਗੱਲ ਹੀ ਨਹੀਂ ਹੋਈ, ਪਰ ਕਿਸੇ ਨੇ ਪੁਆਇੰਟ ਆਊਟ ਨਹੀਂ ਕੀਤਾ। ਚੰਡੀਗੜ੍ਹ ਦੀ ਡਿਮਾਂਡ ਜ਼ਰੂਰ ਕਰਦੇ ਰਹੇ। ਇਸੇ ਤਰ੍ਹਾਂ ਹੁਣ ਅਸੀਂ ਪੰਜਾਬ ਅਕੋਰਡ ਤੇ ਆ ਜਾਂਦੇ ਹਾਂ ਕਿ ਪੰਜਾਬ ਅਕੋਰਡ ਦੇ ਵਿੱਚ ਵੀ ਇਹੀ ਕਿਹਾ ਗਿਆ, ਜਿਹੜਾ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਏਰੀਆ ਹੈ ਉਹ ਪੰਜਾਬ ਨੂੰ ਦੇ ਦਿੱਤਾ ਜਾਏਗਾ। ਲੇਕਿਨ ਨਾਲ ਦੀ ਨਾਲ ਮੈਂ ਇੱਕ ਥੋੜਾ ਜਿਹਾ ਐਡ ਕਰਨਾ ਚਾਹੁੰਦਾ, ਇਹ ਨਹੀਂ ਕਿ ਬਾਕੀ ਸਾਰੇ ਏਰੀਏ ਹਰਿਆਣੇ ਨੂੰ ਦੇ ਦਿੱਤੇ ਜਾਣਗੇ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਚੰਡੀਗੜ੍ਹ ਦੇ ਕੁਝ ਸਰਾਊਂਡਿੰਗ ਏਰੀਏ ਜਿਹੜੇ ਬਾਅਦ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼ਾਮਲ ਕੀਤੇ ਗਏ ਹੈਗੇ, ਕੁਝ ਪੰਜਾਬੀ ਸਪੀਕਿੰਗ ਏਰੀਆ ਚੋਂ ਕੀਤੇ ਗਏ ਨੇ, ਕੁਝ ਹਿੰਦੀ ਸਪੀਕਿੰਗ ਚੋਂ। ਜਿਹੜੇ ਪੰਜਾਬੀ ਸਪੀਕਿੰਗ ਵਾਲੇ ਹੈਗੇ ਉਹ ਪੰਜਾਬ ਨੂੰ ਰੀਟ੍ਰਾਂਸਫਰ ਕਰ ਦਿੱਤੇ ਜਾਣਗੇ, ਸਿਰਫ ਹਿੰਦੀ ਸਪੀਕਿੰਗ ਵਾਲੇ ਹਰਿਆਣੇ ਨੂੰ ਕੀਤੇ ਜਾਣਗੇ। ਤੇ ਜਿਹੜਾ ਸੁਖਨਾ ਲੇਕ ਵਾਲਾ ਇਹ ਵੀ ਕਰ ਦਿੱਤਾ ਜਾ। ਕਹਿਣ ਦਾ ਮਤਲਬ ਕੀ ਹੈ, ਜਿਵੇਂ ਲਾਂਬਾ ਸਾਹਿਬ ਨੇ ਕਿਹਾ ਕਿ ਸਾਰਾ ਤੁਸੀਂ ਪੰਜਾਬ ਅਕੋਰਡ ਪੜ੍ਹ ਲਓ, ਉਹਦੇ ਵਿੱਚ ਪੰਜਾਬ ਦੇ ਫੇਵਰ ਦੀ ਕੋਈ ਗੱਲ ਨਹੀਂ। ਜੋ ਗੱਲਾਂ ਵੀ ਹੋਈਆਂ, ਇੱਕ ਗੱਲ ਵੀ ਸਿਰੇ ਨਹੀਂ ਚੜੀ। ਇਹ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰਦੇ ਸੀ, ਇੰਡੀਅਨ ਗਵਰਨਮੈਂਟ ਤੋਂ ਲਿਖਵਾ ਕੇ ਲਈ ਸਾਡੀ ਲੀਡਰਸ਼ਿਪ ਕਿ ਆਲ ਇੰਡੀਆ ਗੁਰਦੁਆਰਾ ਐਕਟ ਦੀ ਤਰਫ ਐਫਰਟ ਕੀਤੇ ਜਾਣਗੇ। ਉਹ ਆਲ ਇੰਡੀਆ ਗੁਰਦੁਆਰਾ ਐਕਟ ਤਾਂ ਕੀ, ਪੰਜਾਬ ਐਕਟ ਵੀ ਨਹੀਂ ਰਹਿਣ ਦਿੱਤਾ, ਉਹਦਾ ਵੀ ਜੁਰਿਸਡਿਕਸ਼ਨ ਖਤਮ ਕਰਤਾ। ਸਾਨੂੰ ਪਤਾ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਦੀ ਕਾਮਨ SGPC ਸੀ, ਉਹਦੇ ਚ ਵੀ ਹਰਿਆਣੇ ਦੀ ਅਲੱਗ ਬਣਾਤੀ। ਮਤਲਬ ਗੱਲਾਂ ਤੁਸੀਂ ਕੀ ਕਰਦੇ ਹੋ, ਤੁਸੀਂ ਉਹਦੇ ਤੇ ਪਹਿਰਾ ਨਹੀਂ ਦਿੰਦੇ, ਜਦ ਮੌਕਾ ਹੁੰਦਾ ਤੁਸੀਂ ਸਟ੍ਰਾਈਕ ਨਹੀਂ ਕਰਦੇ, ਨੈਗੋਸ਼ੀਏਟਿੰਗ ਟੇਬਲ ਤੇ ਤੁਸੀਂ ਸਿੰਸੀਅਰ ਨਹੀਂ ਹੁੰਦੇ ਸਾਡੀ ਲੀਡਰਸ਼ਿਪ ਦੀਆਂ ਇਹਨੂੰ ਲੈ ਕੇ ਆਏਗੀਆਂ। ਇੱਕ ਮੈਂ ਹੋਰ ਬੜੀ ਰੈਲੇਵੈਂਟ ਗੱਲ ਕਰਨਾ ਚਾਹੁੰਦਾ ਕਿ ਜਦ ਮੌਕਾ ਹੁੰਦਾ ਸਟ੍ਰਾਈਕ ਕਰਨ ਦਾ, ਜਦ ਤੁਸੀਂ ਚੂਕ ਜਾਂਦੇ, ਕਿਉਂਕਿ ਹਮੇਸ਼ਾ ਗੱਲ ਸੁਣਾਉਣ ਦਾ ਤਰੀਕਾ ਇਹ ਹੁੰਦਾ ਹੈ ਕਿ ਜਦ ਤੁਹਾਡੇ ਕੋਲੇ ਵੇਟ ਹੈ, ਤੁਸੀਂ
ਤੁਹਾਡੇ ਕੋਲੇ ਤਾਕਤ ਹੈ, ਤੁਸੀਂ ਉਸ ਪੋਜੀਸ਼ਨ ਦੇ ਵਿੱਚੋਂ ਤੁਸੀਂ ਚੀਜ਼ਾਂ ਡਿਕਟੇਟ ਕਰ ਸਕਦੇ ਹੋ, ਉਸ ਟਾਈਮ ਤੁਸੀਂ ਗੱਲ ਕਹੋ। ਜਦ ਡਿਫੈਂਸਿਵ ਹੋ, ਜਦ ਕਾਹਨੂੰ ਗੱਲ ਕਹਿਣੀ ਹੈ? ਜਦ ਤਾਂ ਤੁਸੀਂ ਆਪੋਜੀਸ਼ਨ ਚ ਹੁੰਦੇ ਹੋ, ਜਦ ਲੋਕ ਤੁਹਾਨੂੰ ਨਕਾਰ ਦਿੰਦੇ ਨੇ, ਸੈਂਟਰਲ ਗਵਰਨਮੈਂਟ ਤੁਹਾਡੇ ਨਾਲ ਨਹੀਂ, ਫਿਰ ਤੁਸੀਂ ਲੋਕਾਂ ਦੇ ਵਿੱਚ ਰੌਲਾ ਪਾਈ ਜਾਂਦੇ ਹੋ, ਲੋਕਾਂ ਨੂੰ ਕਹਿੰਦੇ ਮੋਰਚਾ ਲਗਾਓ। ਫਾਰ ਐਗਜ਼ਾਮਪਲ, ਅਸੀਂ 1996 ਦੀ ਲੋਕ ਸਭਾ ਦੀ ਗੱਲ ਕਰਦੇ ਹਾਂ। 1996 ਦੇ ਵਿੱਚ ਅਕਾਲੀ ਦਲ ਦਾ ਬੀਐਸਪੀ ਨਾਲ ਅਲਾਈਅੰਸ ਸੀ ਪੰਜਾਬ ਦੇ ਵਿੱਚ। ਬੀਜੇਪੀ ਨੇ ਅਲੱਗ ਲੜੀ ਸੀ, ਬੀਐਸਪੀ ਨੇ ਅਲੱਗ ਲੜੀ ਸੀ। ਲੇਕਿਨ ਬਾਅਦ ਦੇ ਵਿੱਚ ਜੋ ਨੈਸ਼ਨਲ ਲੈਵਲ ਦੇ ਰਿਜ਼ਲਟ ਆਏ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿਹੜੀ ਇਹ ਮੈਜੋਰਟੀ ਨਹੀਂ ਮਿਲੀ। ਬੀਜੇਪੀ ਸਿੰਗਲ ਲਾਰਜੈਸਟ ਪਾਰਟੀ ਆ ਗਈ, ਲੇਕਿਨ ਉਹਨਾਂ ਨੂੰ ਬਾਕੀ ਮੈਂਬਰਾਂ ਦੀ ਜ਼ਰੂਰਤ ਸੀ। ਅਕਾਲੀ ਦਲ ਦੇ 8 ਮੈਂਬਰ ਸੀ, ਉਹਨਾਂ ਤੋਂ ਬਗੈਰ ਬੀਜੇਪੀ ਦੀ ਸਰਕਾਰ ਬਣ ਨਹੀਂ ਸੀ ਸਕਦੀ। ਅਗਰ ਇਹ ਜਾ ਕੇ ਕੋਈ ਆਪਣੇ ਮਸਲੇ ਰੱਖਦੇ ਕਿ ਇਹ ਸਾਡੇ ਮਸਲੇ ਆਲਰੇਡੀ ਸੈਂਟਰਲ ਗਵਰਨਮੈਂਟ ਨੇ ਪਾਸ ਕੀਤੇ ਹੋਏ ਨੇ, ਕਿਉਂਕਿ ਗਵਰਨਮੈਂਟ ਇੱਕ ਕੰਟੀਨਿਊਟੀ ਦੇ ਵਿੱਚ ਹੁੰਦੀ ਹੈ। ਇਹ ਨਹੀਂ ਕਿ ਕਾਂਗਰਸ ਦੀ ਸਰਕਾਰ ਸੀ, ਇਹ ਥਰਡ ਫਰੰਟ ਦੀ ਸੀ ਤੇ ਦੂਸਰੀਆਂ ਸਰਕਾਰਾਂ ਇਹਨੂੰ ਮੰਨਦੀਆਂ ਨਹੀਂ। ਇਹ ਤਾਂ ਇੱਕ ਕੰਟੀਨਿਊਟੀ ਦੇ ਵਿੱਚ ਸਰਕਾਰ ਹੈ। ਜਿਹੜੀ ਵੀ ਇੱਕ ਸਰਕਾਰ ਨੇ ਫੈਸਲਾ ਕਰ ਲਿਆ, ਦੂਸਰੀ ਤੇ ਬਾਈਂਡਿੰਗ ਹੁੰਦਾ। ਘੱਟੋ ਘੱਟ ਇਹ ਗੱਲ ਕਹਿ ਕੇ ਜਾਣੀ ਚਾਹੀਦੀ ਸੀ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਲੇਕਿਨ ਤੁਸੀਂ ਆਹ ਸਾਡੇ ਮਸਲੇ ਜਿਹੜੇ ਹੈ ਇਹਨੂੰ ਸੋਲਵ ਕਰੋ। ਇੱਕ ਮੈਂ ਹੋਰ ਗੱਲ ਕਰਦਾ ਹਾਂ ਕਿ ਆਰਟੀਕਲ 25B ਦੀ ਬੜੀ ਕੰਟਰੋਵਰਸੀ ਹੁੰਦੀ ਹੈ। ਬਹੁਤ ਧਰਮ ਯੁੱਧ ਮੋਰਚੇ ਦੇ ਟਾਈਮ ਇਹ ਬਹੁਤ ਇੰਪੋਰਟੈਂਟ ਡਿਮਾਂਡ ਰਹੀ ਹੈ ਅਕਾਲੀ ਦਲ ਦੀ। ਔਰ ਪ੍ਰਕਾਸ਼ ਸਿੰਘ ਬਾਦਲ ਵਰਗੇ ਲਿਬਰਲ ਲੀਡਰ ਨੇ ਵੀ ਅਕਾਲੀ ਦਲ ਜਿਹੜੀ ਕੌਂਸਟੀਟਿਊਸ਼ਨ ਦੀ 25B ਕਲੌਜ਼ ਹੈ ਉਹਨੂੰ ਸਾੜਿਆ ਸੀ, ਫਾਟਿਆ ਸੀ, ਜਿਹੜੀ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਕਲੱਬ ਕਰਦੀ ਹੈ। ਅਸੀਂ ਸੈਪਰੇਟ ਆਇਡੈਂਟੀਟੀ ਦੀ ਗੱਲ ਕਰਦੇ ਹਾਂ, ਉਧਰ ਸਾਨੂੰ ਕਲੱਬ ਕੀਤਾ ਹੋਇਆ, ਮਤਲਬ ਮੁੜ ਕੇ ਉਹ ਡਿਮਾਂਡ ਹੀ ਨਹੀਂ ਹੈ। ਇੱਕ ਤਰਫ ਤਾਂ ਤੁਸੀਂ ਇੰਨਾ ਐਕਸਟ੍ਰੀਮ ਚਲੇ ਜਾਂਦੇ ਹੋ, ਲੋਕਾਂ ਨੂੰ ਝੋਕ ਦਿੰਦੇ ਹੋ, ਜਾ ਕੇ ਕੌਂਸਟੀਟਿਊਸ਼ਨ ਨੂੰ ਅੱਗਾ ਲਾਉਂਦੇ ਹੋ, ਮੁੜ ਕੇ ਜਦ ਤੁਸੀਂ ਪਾਵਰ ਚਾਹੁੰਦੇ ਹੋ ਤੁਸੀਂ ਗੱਲ ਹੀ ਨਹੀਂ ਕਰਦੇ। ਮੈਂ ਤਾਂ ਦੇਖਿਆ ਬੜੀ ਦੇਰ ਤੋਂ 25B ਸਾਰੀ ਛੱਡ ਗਏ, ਕੋਈ ਗੱਲ ਹੀ ਨਹੀਂ ਕਰਦਾ, ਹੋਰ ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾਣਗੇ। ਮਤਲਬ ਸਾਡੀ ਲੀਡਰਸ਼ਿਪ ਦੇ ਵਿੱਚ ਸਿੰਸੀਅਰਿਟੀ ਨਹੀਂ, ਇੱਕ ਤਾਂ ਸਿੰਸੀਅਰਿਟੀ ਵੀ ਨਹੀਂ ਮਸਲਿਆਂ ਦੀ ਤਰਫ, ਦੂਸਰਾ ਨੈਗੋਸ਼ੀਏਟਿੰਗ ਪਾਵਰ ਤਾਂ ਹੈ ਹੀ ਨਹੀਂ, ਜਾਂ ਇਹ ਹੋ ਸਕਦਾ ਕਿ ਉਹਨਾਂ ਦੀ ਨੀਅਤ ਹੀ ਨਹੀਂ ਹੁੰਦੀ ਮਸਲਿਆਂ ਨੂੰ ਸੋਲਵ ਕਰਵਾਉਣ ਦੀ, ਸਿਰਫ ਪੋਲੀਟੀਕਲ ਪਾਵਰ ਐਕਵਾਇਰ ਕਰਦੀ ਹੁੰਦੀ ਹੈ ਕਿ ਇੰਨੀ ਕੁ ਸਾਨੂੰ ਗਰੰਟੀ ਮਿਲ ਜਾਵੇ ਕਿ ਸਾਡੀ ਸਰਕਾਰ ਬਣ ਜਾਏਗੀ, ਇਸ ਤੋਂ ਉੱਪਰ ਉਹ ਉੱਠਦੇ ਹੀ ਨਹੀਂ। ਇਹ ਜਦ ਤੱਕ ਲੀਡਰਸ਼ਿਪ ਦਾ ਇਹ ਐਟੀਟਿਊਡ ਚੇਂਜ ਨਹੀਂ ਹੁੰਦਾ, ਜਦ ਤੱਕ ਉਹਨਾਂ ਤੇ ਲੋਕਾਂ ਦਾ ਇੰਨਾ ਕੁ ਪ੍ਰੈਸ਼ਰ ਨਹੀਂ ਹੁੰਦਾ ਕਿ ਉਹ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਨਾ ਕਰਨ, ਇਹ ਇਸੇ ਤਰ੍ਹਾਂ ਮੈਨੂੰ ਲੱਗਦਾ ਚੱਲਦਾ ਰਹਿਣਾ। ਲੀਡਰਸ਼ਿਪ ਨੂੰ ਸੁਧਰਨਾ ਪੈਣਾ ਹੈ। ਲੋਕ ਤਾਂ ਹਜੇ ਵੀ ਤਿਆਰ ਹੈਗੇ ਹਰ ਇੱਕ ਤਰ੍ਹਾਂ ਦੀ ਕੁਰਬਾਨੀ ਕਰਨ ਨੂੰ ਪੰਜਾਬ ਦੇ ਮਸਲਿਆਂ ਵਾਸਤੇ, ਲੇਕਿਨ ਪ੍ਰੋਵਾਈਡਡ ਇਹ ਲੀਡਰਸ਼ਿਪ ਜਿਹੜੀ ਹੈ, ਲੀਡਰਸ਼ਿਪ ਦੇ ਵਿੱਚ ਨਾ ਏਕਤਾ ਹੈ, ਨਾ ਉਹਨਾਂ ਦੇ ਵਿੱਚ ਸਿੰਸੀਅਰਿਟੀ ਹੈ। ਈਵਨ ਕੋਈ ਹਜੇ ਤੱਕ ਸਾਰੇ ਲੀਡਰ ਮਿਲ ਕੇ, ਸਾਰੀਆਂ ਪੋਲੀਟੀਕਲ ਪਾਰਟੀਆਂ ਮਿਲ ਕੇ ਕਿਉਂ ਨਹੀਂ ਕੋਈ ਇੱਕ ਕਾਮਨ ਚਾਰਟਰ ਆਫ ਡਿਮਾਂਡਸ ਪੰਜਾਬ ਦਾ ਬਣਾ ਲੈਂਦੇ? ਮਿਲਣ ਮਿਲਾਉਣ ਦੀ ਤਾਂ ਅਲੱਗ ਦੀ ਗੱਲ ਹੈ, ਸਟਰਗਲ ਦੀ ਅਲੱਗ ਗੱਲ ਹੈ, ਲੇਕਿਨ ਪਹਿਲਾਂ ਘੱਟੋ ਘੱਟ ਤੁਸੀਂ ਮਿਨੀਮਮ ਕਾਮਨ ਕੋਈ ਚਾਰਟਰ ਤਾਂ ਬਣਾਓ, ਪ੍ਰੋਗਰਾਮ ਤਾਂ ਬਣਾਓ, ਉਹਨੂੰ ਲੈ ਕੇ ਅੱਗੇ ਵਧੋ, ਸੈਂਟਰ ਨਾਲ ਗੱਲ ਕਰੋ, ਚਾਹੇ ਲੜੋ, ਜੋ ਮਰਜ਼ੀ ਕਰੋ, ਲੇਕਿਨ ਗੱਲਬਾਤ ਵੀ ਤਾਂ ਹੀ ਹੁੰਦੀ ਹੈ ਜਦ ਤੁਸੀਂ ਪ੍ਰੈਸ਼ਰ ਐਗਜ਼ਰਟ ਕਰਦੇ ਹੋ। ਜੇ ਤੁਸੀਂ ਮਿੰਨਤ ਖੁਸ਼ਾਮਦ ਕਰਨ ਜਾਂਦੇ ਹੋ, ਤੁਹਾਨੂੰ ਕੋਈ ਨਹੀਂ ਮਿਲਦਾ। ਕੇਜਰੀਵਾਲ ਵਰਗਾ ਵੀ ਤੁਹਾਨੂੰ ਬਾਹਰ ਖੜਾ ਕੇ ਰੱਖ ਦਿੰਦਾ ਤੇ ਕੋਈ ਵੀ ਨਹੀਂ, ਤੁਹਾਨੂੰ ਕਿਸੇ ਨੇ ਵੀ ਨਹੀਂ ਮਿਲਣਾ, ਚਾਹੇ ਤੁਸੀਂ ਟਰੱਕ ਭਰ ਕੇ ਸਾਈਨਾਂ ਦਾ ਲੈ ਜਾਓ, ਤੁਹਾਨੂੰ ਕਹਿੰਦੇ ਪੈਨ ਡਰਾਈਵ 'ਚ ਪਾ ਜਾਓ। ਜਦ ਤੱਕ ਤੁਸੀਂ ਆਪਣੀ ਤਾਕਤ ਨਹੀਂ ਦਿਖਾਉਂਦੇ, ਤਾਕਤ ਤੋਂ ਬਾਅਦ ਗੱਲ ਕਰਨ ਦੀ ਗੱਲ ਹੁੰਦੀ ਹੈ। ਇੱਕ ਬਰਾਬਰ ਦੇ ਲੈਵਲ ਤੇ ਆ ਕੇ ਤਾਕਤ ਦੇ ਨਾਲ ਆਪਣੀ ਤਾਕਤ ਦਾ ਐਗਜ਼ੀਬਿਸ਼ਨ ਕਰਕੇ ਉਸ ਤੋਂ ਬਾਅਦ ਤੁਸੀਂ ਨੈਗੋਸ਼ੀਏਸ਼ਨ ਕਰੋ, ਤਾਂ ਗੱਲ ਬਣ। ਪਰ ਫਿਰ ਵੀ ਪਾਸਟ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਲੋਕਾਂ ਦਾ ਬਹੁਤ ਮਾੜਾ ਹੈ, ਲੀਡਰਸ਼ਿਪ ਤੋਂ ਬਹੁਤ ਨਿਰਾਸ਼ਾ ਹੈ ਕਿ ਲਾਸਟ ਸਟੇਜ ਤੇ ਆ ਕੇ ਉਹ ਲੋਕਾਂ ਨੂੰ ਡਿਚ ਕਰ ਜਾਂਦੇ ਹੈਗੇ। ਇਸ ਤਰ੍ਹਾਂ ਦਾ ਜਿਹੜਾ ਇੱਕ ਪਰਸੈਪਸ਼ਨ, ਤਾਂ ਹੀ ਅੱਜ ਲੀਡਰਸ਼ਿਪ ਦਾ ਕ੍ਰਾਈਸਿਸ ਹੈ। ਜੋ ਲੀਡਰਸ਼ਿਪ ਦਾ ਕ੍ਰਾਈਸਿਸ ਇਨ ਜਨਰਲ ਹੈ, ਅਕਾਲੀਆਂ ਦੀ ਲੀਡਰਸ਼ਿਪ ਦਾ ਇਨ ਪਰਟੀਕੁਲਰ ਹੈ, ਉਹਦਾ ਇੱਕ ਇਤਿਹਾਸ ਹੈ, ਉਹਦਾ ਹੀ ਇਹ ਨਤੀਜਾ ਹੈਗਾ ਜਿਹੜਾ ਉਹਨਾਂ ਨੂੰ ਸੁਧਰਨ ਦੀ ਜ਼ਰੂਰਤ ਹੈ ਤੇ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਹੀ ਜਿਹੜੀਆਂ ਇਹ ਗੱਲਾਂ ਅੱਗੇ ਵਧਣਗੀਆਂ। ਸਰਦਾਰ ਜਗਤਾਰ ਸਿੰਘ ਜੀ, ਇਹ ਜਦੋਂ ਵੀ ਤੁਹਾਨੂੰ ਸੱਤਾ ਦੀ ਭੁੱਖ ਅੱਗੇ ਵਧਾਉਂਦੀ ਹੈ
ਤਾਂ ਫਿਰ ਲੋਕ ਮਸਲੇ ਵੀ ਤੇ ਫਿਰ ਜਿਹੜੀ ਤੁਹਾਡਾ ਵੱਡਾ ਕਾਜ ਹੁੰਦਾ ਸਿਆਸਤ ਵਿੱਚ, ਜਿਸ ਕੰਮ ਲਈ ਤੁਸੀਂ ਆਏ ਹੁੰਦੇ ਹੋ, ਜਾਂ ਕੋਈ ਵਿਰਾਸਤ ਹੁੰਦੀ ਆ, ਸ਼ਾਇਦ ਉਹ ਗਾਉਣ ਹੋ ਜਾਂਦੀ ਆ, ਉਧਰ ਧਿਆਨ ਵੀ ਨਹੀਂ ਜਾਂਦਾ। ਅੱਜ ਦੇ ਦਿਨ 'ਚ ਬਹਿ ਕੇ ਜਦੋਂ ਸਮੁੱਚਤਾ 'ਚ ਮਾਮਲੇ ਦੇਖ ਰਹੇ ਆ ਤਾਂ ਇੱਕ ਤੋਂ ਬਾਅਦ ਦੂਜੀ ਨਾਕਾਮੀ ਤੋਂ ਵੱਧ ਕੁਝ ਨਜ਼ਰ ਨਹੀਂ ਆਉਂਦਾ। ਮੈਂ ਥੋੜਾ ਜਿਹਾ ਪਹਿਲਾਂ ਇਹਨੂੰ ਬਰੀਫ ਕਲੀਅਰ ਕਰਦਾ ਕੁਝ ਗੱਲਾਂ ਜਿਹੜੀਆਂ ਗੱਲਾਂ ਹੁਣ ਤੱਕ ਹੋਈਆਂ ਨਾ ਜੀ। ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਇਹਦਾ ਓਰੀਜਨਲ ਨਾਂ ਹੈ, ਜਿਹੜੀ ਗ੍ਰਾਂਟ ਇਹ ਜਿਹੜਾ ਪ੍ਰੋਜੈਕਟ ਹੈ ਨਾ, ਇਹ ਸੈਂਟਰਲ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ, ਇਸੇ ਕਰਕੇ ਇਹਨੂੰ ਕੈਪੀਟਲ ਪ੍ਰੋਜੈਕਟ ਦਾ ਨਾਂ ਦਿੱਤਾ ਗਿਆ ਸੀ। ਇਹਦੀ ਗ੍ਰਾਂਟ ਮੇਨਲੀ ਦਿੱਲੀ ਤੋਂ ਆਉਂਦੀ ਸੀਗੀ। ਜਦੋਂ ਤਰਬੀਅਤ ਮੋਰਚਾ ਲੱਗਿਆ ਤੇ ਇੱਕ ਸੈਕਸ਼ਨ ਨੇ ਬੜਾ ਰੌਲਾ ਪਾਇਆ ਸੀ ਵੀ ਚੰਡੀਗੜ੍ਹ ਤਾਂ ਵਾਈਟ ਐਲੀਫੈਂਟ ਹੈ, ਪੰਜਾਬ ਇਹਨੂੰ ਅਫੋਰਡ ਨਹੀਂ ਕਰ ਸਕਦਾ, ਖਰਚਾ ਬਹੁਤ ਹੈ। ਉਦੋਂ ਇਹ ਗੱਲ ਕਲੀਅਰ ਹੋਈ ਸੀ ਕਿ ਇੱਕ ਕੈਪੀਟਲ ਪ੍ਰੋਜੈਕਟ ਹੈ ਤੇ ਇਹ 50 ਸਾਲ ਵਾਸਤੇ ਕੈਪੀਟਲ ਪ੍ਰੋਜੈਕਟ ਸੀਗਾ ਓਰੀਜਨਲ। ਇਹ ਟੈਕਨੀਕਲਟੀਜ਼ ਹੈਗੇ ਤਾਂ ਕੈਪੀਟਲ ਪ੍ਰੋਜੈਕਟ ਵੀ ਇਧਰ ਤਾਂ ਲਿਖਿਆ ਗਿਆ ਕਲਾਸ 7-2 ਅਕਾਰਡ ਦੀ, ਇਹ 7-1 ਦੇ ਨਾਲ 7-2 ਲਾਓ। It had always been maintained by Mrs. Srimati Indira Gandhi that when Chandigarh is to go to Punjab, Chandigarh is to go to Punjab, not critical capital project. Some Hindi-speaking territories in Punjab will go to Haryana. A Chandigarh ਦੀ ਗੱਲ ਨਹੀਂ ਹੋ ਰਹੀ। A commission will be constituted to determine the specific Hindi-speaking areas of Punjab which would go to Haryana in lieu of Chandigarh. ਜੀ। ਜਦੋਂ ਗੱਲਬਾਤ ਚੱਲ ਰਹੀ ਸੀਗੀ, ਇੱਕ ਸਟੇਜ ਤੇ 83 ਦੇ ਵਿੱਚ ਆਇਆ ਸੀਗਾ ਕਿ ਚੰਡੀਗੜ੍ਹ ਦੀ ਡਿਵੀਜ਼ਨ ਹੋ ਜਾਏ। ਸੈਕਟਰ ਇਹ 7 ਵਾਲਾ ਏਰੀਆ ਜਿਹੜੇ ਹੈ 4, 5, 7 ਇਹ ਰਾਜ ਭਵਨ ਏਰੀਆ, ਸੈਕਟਰੀਏਟ ਏਰੀਆ ਵਾਲਾ ਪੰਜਾਬ ਦੇ ਵਿੱਚ, ਰਾਜ ਭਵਨ ਵਾਲਾ ਏਰੀਆ ਇਹ ਹਰਿਆਣੇ ਦੇ ਵਿੱਚ। ਸੜਿੰਗ ਸੁਖਨਾ ਲੇਕ ਇਹ ਭਜਲਾਲ ਵੱਲੋਂ ਆਇਆ, ਭਜਲਾਲ ਵੱਲੋਂ ਵੀ ਆਇਆ ਸੀਗਾ ਤੇ ਇਹ ਰਿਜੈਕਟ ਹੋ ਗਿਆ ਸੀ। ਬਾਈ ਵੇ ਲਾਂਬਾ ਸਾਹਿਬ ਨੇ ਗੱਲ ਕੀਤੀ ਰੇਲਵੇ ਸਟੇਸ਼ਨ ਸ਼ੁਰੂ ਤੋਂ ਹੀ ਹਰਿਆਣੇ ਦੀ ਟੈਰੀਟਰੀ ਦੇ ਵਿੱਚ ਹੈ। ਜਦੋਂ ਡਿਵੀਜ਼ਨ 66 ਦੀ ਹੋਈ ਸੀ ਨਾ, ਇਹ ਹਰਿਆਣਾ ਟੈਰੀਟਰੀ ਚ ਚਲਾ ਗਿਆ ਸੀਗਾ। ਠੀਕ ਹੈ। ਅੱਜ ਵੀ ਇਹ ਹਰਿਆਣੇ ਦਾ ਪਾਰਟ ਹੈ। ਬੜਾ ਕਮਾਲ ਦਾ ਕੰਮ ਹੈ। ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਹਰਿਆਣੇ ਦਾ ਪਾਰਟ ਹੈ। ਏਅਰਪੋਰਟ ਚੰਡੀਗੜ੍ਹ ਹੁਣ ਉਹ ਮੋਹਾਲੀ ਏਅਰਪੋਰਟ ਤੋਂ ਆਉਂਦਾ, ਇਸੇ ਕਰਕੇ ਉਹਦੀ ਓਪਨਿੰਗ ਪੰਜਾਬ ਦੇ ਵਿੱਚ ਹੈ। ਰੇਲਵੇ ਸਟੇਸ਼ਨ ਦੀ ਜਿਹੜੀ ਓਪਨਿੰਗ ਹੈ ਉਹ ਚੰਡੀਗੜ੍ਹ ਦੇ ਵਿੱਚ ਹੈ, ਏਰੀਆ ਹਰਿਆਣੇ ਦੇ ਵਿੱਚ ਹੈ। ਤੇ ਹਾਂ, ਗੱਲ ਆਪਾਂ ਮੇਨਲੀ ਚੰਡੀਗੜ੍ਹ, ਫਿਰ ਪੰਜਾਬ ਅਕਾਰਡ ਦੀ ਗੱਲ ਕਰ ਰਹੇ ਸੀ। ਇਹ ਪੰਜਾਬ ਅਕਾਰਡ ਦੀ ਮੈਂ ਗੱਲ ਤੁਹਾਨੂੰ ਸੁਣਾਈ ਹੈ ਜੀ। ਤੇ ਪੰਜਾਬ ਅਕਾਰਡ ਦੇ ਵਿੱਚ ਹੋਰ ਵੀ ਬਹੁਤ ਕੋਈ ਸਾਰਾ ਹੈਗਾ ਸੀਗਾ। ਪਹਾੜੀਆਂ ਦਾ ਮਸਲਾ ਮੇਨ ਤਾਂ ਪਹਾੜੀਆਂ ਦਾ ਸੀਗਾ। ਚੰਡੀਗੜ੍ਹ ਦੇ ਅੱਗੇ ਚੱਲ ਕੇ ਜਦੋਂ ਇਹ 1970 ਦੀ ਗੱਲ ਤੁਸੀਂ ਕਰ ਲਈ, ਲੇਕਿਨ ਉਹਨੂੰ ਸੁਪਰਸੀਡ ਇਹ ਪੰਜਾਬ ਅਕਾਰਡ ਕਰ ਜਾਂਦੀ ਸੀ। 3 ਕਮਿਸ਼ਨ ਬਣੇ ਸੀਗੇ। ਇੱਕ ਕਮਿਸ਼ਨ ਨੇ 24 ਘੰਟੇ ਦੇ ਵਿੱਚ ਰਿਕਮੈਂਡੇਸ਼ਨ ਦਿੱਤੀ ਸੀ ਵੀ 50,000 ਕਿੰਨਾ ਸਕੁਅਰ ਮੀਟਰ ਕਿੰਨਾ ਸੀ ਏਰੀਆ, ਕੋਈ 50,000 ਦੇ ਕਰੀਬ, 50 ਕੇ 75 ਬਈ ਤੂੰ ਹਰਿਆਣੇ ਨੂੰ ਟ੍ਰਾਂਸਫਰ ਕਰ ਦਿਓ। ਤੇ ਇਹਦੇ ਵਾਸਤੇ ਇੱਕ ਕਮਿਸ਼ਨ ਹੋਰ ਬਣਾਓ ਜਿਹੜਾ ਆਇਡੈਂਟੀਫਾਈ ਕਰੇਗਾ ਵੀ ਕਿਹੜਾ ਏਰੀਆ ਦੇਣਾ। ਠੀਕ ਹੈ। ਇਹ ਮਜ਼ਾਕ ਬੜੇ ਹੋਏ ਹੈ। ਮੈਥਿਊ ਕਮਿਸ਼ਨ, ਫਲਾਨਾ ਕਮਿਸ਼ਨ, ਵਨਕਾਰ ਰਮਨ ਕਮਿਸ਼ਨ ਬੜੇ ਹੈਗੇ ਸੀਗੇ, ਬੜੇ ਬਣੇ ਹੈ। ਤੇ ਗੱਲ ਵਿੱਚੇ ਹੀ ਰਹਿ ਗਈ ਸਾਰੀ। ਠੀਕ ਹੈ। ਜਿਹੜੀ ਗੱਲ ਮੈਂ ਮੁਕਾਉਣਾ ਗੱਲ ਇਹ ਸਾਰੀ, ਜਿਹੜੀ ਗੱਲ ਹੈ ਲੀਡਰਸ਼ਿਪ ਦੀ ਜੀ। ਤੇ 1996 ਦੀ ਤੁਸੀਂ ਗੱਲ ਕੀਤੀ ਖਾਨ ਸਾਹਿਬ, ਮੈਂ ਉੱਥੇ ਆ ਜਾਣਾ ਬਈ ਸਾਨੂੰ ਵੀ ਇੰਪ੍ਰੈਸ਼ਨ ਇਹੀ ਸੀ ਕਿ ਅਨਕੰਡੀਸ਼ਨਲ ਸਪੋਰਟ ਨਹੀਂ ਸੀ ਦੇਣੀ ਚਾਹੀਦੀ। ਉੱਥੇ ਸਮੱਸਿਆ ਇੱਕ ਹੋਰ ਬਣ ਗਈ ਆ ਕੇ ਜਦੋਂ ਜੋਤੀ ਬਾਸੂ ਨੂੰ ਪੀਐਮ ਬਣਾਉਣ ਤੋਂ ਉਹਨਾਂ ਦੀ ਪਾਰਟੀ ਨੇ ਨਾ ਕਰਤੀ। ਵੋਟ 3 ਵੋਟਾਂ ਉਹਨਾਂ ਦੇ ਖਿਲਾਫ ਪਈਆਂ ਸੈਂਟਰਲ ਕਮੇਟੀ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਅਗਲਾ ਨਾਂ ਆਇਆ ਸੀਗਾ ਉਹ ਸੁਰਜੀਤ ਸਿੰਘ ਬਰਨਾਲਾ ਦਾ ਸੀਗਾ। ਦਿੱਲੀ ਦੇ ਵਿੱਚ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੋੜਾ, ਪ੍ਰਕਾਸ਼ ਸਿੰਘ ਬਾਦਲ ਸਾਰੇ ਸੀਗੇ। ਕਾਂਗੜੇ ਹਰਕ੍ਰਿਸ਼ਨਜੀਤ ਸਿੰਘ ਸੁਰਜੀਤ ਤੇ ਪ੍ਰਪੋਜ਼ਲ ਲੈ ਕੇ ਆਏ ਸੀਗੇ ਅਕਾਲੀਆਂ ਕੋਲੇ ਵੀ ਸੁਰਜੀਤ ਸਿੰਘ ਬਰਨਾਲੇ ਤੇ ਸਾਰੇ ਸਹਿਮਤ ਹੈ ਪ੍ਰਾਈਮ ਮਿਨਿਸਟਰ ਬਣਾਉਣ ਤੇ ਤੁਸੀਂ ਸਹਿਮਤੀ ਦੇ ਦਿਓ। ਅੱਛਾ। ਬਾਦਲ ਸਾਹਿਬ ਨਹੀਂ ਸੀ ਮੰਨੇ। ਬਿਲਕੁਲ ਤੁਹਾਡੇ ਐਮਪੀ ਸੀ। ਹਾਂਜੀ, ਯੂਨੈਨਿਮਿਟੀ ਹੋ ਗਈ ਸੀ ਜੀ ਬਰਨਾਲਾ ਸਾਹਿਬ ਤੇ। ਨਹੀਂ ਜੀ ਨਹੀਂ, ਮੈਂ ਤਾਂ ਉੱਥੇ ਆ ਰਿਹਾ ਨਾ, ਉੱਥੇ ਆਉਣ ਲੱਗਿਆ। ਇਹ ਤਾਂ ਤੁਸੀਂ ਗੱਲ ਪੂਰੀ ਸੁਣੀ ਨਹੀਂ ਗਈ। 8 ਐਮਪੀ ਸੀਗੇ। ਮੈਂ ਦੱਸਦਾ ਕਿਵੇਂ ਯੂਨੈਨਿਮਿਟੀ ਹੋਈ। ਯੂਨੈਨਿਮਿਟੀ ਬਰਨਾਲਾ ਸਾਹਿਬ ਦੇ ਬਣਾਉਣ ਤੇ ਨਹੀਂ ਹੋਈ।
4 MP ਡਿਵਾਈਡਡ ਸੀ, 4 ਚੌੜਾ ਸਾਹਿਬ ਨਾਲ ਸੀਗੇ ਤੇ 4 ਸੀਗੇ ਪ੍ਰਕਾਸ਼ ਸਿੰਘ ਬਾਦਲ ਨਾਲ। ਪਾਰਟੀ ਕੁਝ ਮਹੀਨੇ ਪਹਿਲਾਂ ਯੂਨਾਈਟ ਹੋਈ ਸੀਗੀ। ਗੁਰਚਰਨ ਸਿੰਘ ਟੌੜਾ ਦੇ ਪੀਏ ਨੇ ਇਹ ਬਣੀ ਵੀ ਕਹਿੰਦੇ ਵੀ ਜੇ ਅਸੀਂ ਹੁਣ ਫਿਰ ਡਿਵਾਈਡ ਹੋ ਗਏ, 4-4 ਹੋ ਗਏ, 4 ਦੇ ਨਾਲ ਸੁਰਜੀਤ ਸਿੰਘ ਬਰਨਾਲਾ PM ਨਹੀਂ ਸੀ ਬਣਦੇ, 8 ਚਾਹੀਦੇ ਸੀਗੇ। ਸੋ ਉਹ ਗੱਲ ਬਣੀ ਨਹੀਂ। ਉੱਥੇ ਆ ਕੇ ਫਿਰ ਫੈਸਲਾ ਹੋਇਆ, ਫੈਸਲਾ ਕਹੋ ਜਾਂ ਬਾਦਲ ਸਾਹਿਬ ਦਾ ਵਿਊ ਚੱਲਿਆ ਕਿ ਆਪਾਂ BJP ਦੀ ਸਪੋਰਟ ਕਰੀਏ, ਅਨਕੰਡੀਸ਼ਨਲ ਇੱਥੇ ਆਈ ਸੀਗੀ। ਉਹ ਸਿਰਫ ਸੁਰਜੀਤ ਸਿੰਘ ਬਰਨਾਲਾ ਨੂੰ ਰੋਕਣ ਵਾਸਤੇ ਇਹ ਸਾਰੀ ਮੂਵ ਚੱਲੀ ਸੀਗੀ ਜੀ। ਯੂਨੈਨਿਮਿਟੀ ਬਣਾਉਣ ਤੇ ਨਹੀਂ ਸੀ। ਜੇ ਯੂਨੈਨਿਮਿਟੀ ਹੁੰਦੀ ਤੇ BJP ਕਦੇ ਪਾਵਰ ਚ ਆਉਣੀ ਨਹੀਂ ਸੀਗੀ। ਨਹੀਂ ਪਾਰਟੀਆਂ ਦੀ ਗੱਲ ਖਾਨ ਸਾਹਿਬ ਇੱਕ ਮਿੰਟ, ਖਾਨ ਸਾਹਿਬ ਨਹੀਂ ਸਰ ਸਰਦਾਰ ਜਗਤਾਰ ਸਿੰਘ ਜੀ ਥੋੜਾ ਜਿਹਾ ਮਿਸ ਇੰਟਰਪ੍ਰੀਟ ਕਰ ਗਏ ਤੁਸੀਂ। ਪ੍ਰੋਫੈਸਰ ਜਮਸ਼ੀਦ ਅਲੀ ਖਾਨ ਕਹਿ ਰਹੇ ਨੇ ਕਿ ਬਾਕੀ ਪਾਰਟੀਆਂ ਦੀ ਰਾਏ ਬਣ ਗਈ ਸੀ ਬਰਨਾਲਾ ਸਾਹਿਬ ਤੇ ਇਹਨਾਂ ਦਾ ਖਲਲ ਪਿਆ ਅੰਦਰ। ਹਾਂ, ਇਹਨਾਂ ਦਾ ਪਿਆਰਾ ਬਾਕੀ ਦੀ ਬਣ ਗਈ ਸੀ। ਮੈਂ ਉਹੀ ਤਾਂ ਕਰ ਜਦੋਂ ਮੈਂ ਕਹਿ ਰਿਹਾ ਕਿ ਸਰ ਜਦੋਂ ਮੈਂ ਕਹਿ ਰਿਹਾ ਕਿ ਕਾਮਰੇਡ ਸੁਰਜੀਤ ਪ੍ਰਪੋਜ਼ਲ ਲੈ ਕੇ ਆਏ ਸੀ ਵੀ ਅਸੀਂ ਐਗਰੀ ਕਰਦੇ, ਮੈਂ ਉਹੀ ਤਾਂ ਕਹਿ ਰਿਹਾ। ਹਾਂਜੀ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿ ਉਹਨਾਂ ਦਾ ਨਾਮ ਲੈ ਕੇ ਕਾਮਰੇਡ ਸੁਰਜੀਤ ਆਏ ਸੀ। ਦਿਸ ਇਜ਼ ਵਾਟ ਆਈ ਐਮ ਸੇਇੰਗ। ਇਹ 4-4 ਦੇ ਵਿੱਚ ਡਿਵਾਈਡ ਹੋ ਗਏ ਸੀ। ਠੀਕ ਹੈ। ਉਹ ਡਿਵੀਜ਼ਨ ਰੋਕਣ ਵਾਸਤੇ ਇਹ ਸਾਰਾ ਕੰਮ ਹੀ ਖਤਮ ਹੋ ਰਿਹਾ। ਜੇ ਸੁਰਜੀਤ ਸਿੰਘ ਬਰਨਾਲਾ ਤੇ ਸਾਰੀ ਪਾਰਟੀ ਐਗਰੀ ਕੀਤੀ ਹੁੰਦੀ ਤੇ BJP ਦੀ ਐਂਟਰੀ ਨੈਸ਼ਨਲ ਲੈਵਲ ਤੇ ਉਸ ਦਿਨ ਰੁਕ ਜਾਣੀ ਸੀ। ਸੋ BJP ਨੂੰ ਨੈਸ਼ਨਲ ਸੀਨ ਤੇ ਲਿਆਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਲੈਵਲ ਤੇ ਆ ਕੇ। ਸੋ ਉਹ ਇਤਿਹਾਸ ਦਾ ਪਾਰਟ ਹੈ ਸਾਰਾ। ਆਪਣਾ ਉਸ ਵੇਲੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਉੱਥੇ ਸੀ, MP ਸੀ। ਇਹਨਾਂ ਨੂੰ ਵੀ ਗੱਲ ਕਰ ਲਓ, ਸਾਰੇ ਡਿਟੇਲ ਦੱਸ ਦੇਣਗੇ ਤੁਹਾਨੂੰ ਬਈ ਉੱਥੇ ਹੋਇਆ ਐਗਜ਼ੈਕਟ ਕੀ ਸੀਗਾ। ਹੋਰ ਵੀ ਲੋਕ ਸੀਗੇ। ਸੋ ਇਹ ਤਾਂ ਸਾਡਾ ਪਿਛਲਾ ਹੈ। ਲੇਕਿਨ ਚਲੋ ਜੋ ਕੁਝ ਹੋ ਗਿਆ ਉਹ ਤਾਂ ਹੋ ਗਿਆ। ਚਲੇ ਅਸੀਂ ਕਿੰਨੀ ਦੇਰ ਤੱਕ ਇਤਿਹਾਸ ਨੂੰ ਪਿੱਛੇ ਮੁੜ ਕੇ ਦੇਖ ਚੱਲਾਂਗੇ, ਅੱਗੇ ਜਾਣ ਦੀ ਗੱਲ ਨਹੀਂ ਕਰਾਂਗੇ। ਗੱਲ ਹੁਣ ਅੱਗੇ ਦੇਖਣ ਦੀ ਹੈ। ਖਾਨ ਸਾਹਿਬ ਨੇ ਕਿਹਾ ਵੀ ਪੰਜਾਬ ਦੇ ਲੋਕ ਕੁਰਬਾਨੀਆਂ ਕਰਨ ਨੂੰ ਤਿਆਰ ਹੈ। ਕੁਰਬਾਨੀ ਲੋਕ ਕਿਉਂ ਮਰੀ ਜਾਣ ਖਾਨ ਸਾਹਿਬ, ਤੁਸੀਂ ਦੱਸੋ ਮੈਨੂੰ। ਲੋਕਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ। 40,000 ਲੋਕ ਮਰੇ ਆ ਪੰਜਾਬ ਦੇ ਵਿੱਚ। ਉਹ ਕੁਰਬਾਨੀ ਹੈ ਨਾ, ਹਿੰਦੂ ਸਿੱਖ ਸਾਰੇ ਬਣਾ ਲਓ। ਇੰਨੇ ਲੋਕ ਕਿੱਥੇ ਮਰੇ 15 ਸਾਲ ਦੇ ਵਿੱਚ। ਅਸੀਂ ਹੋਰ ਕਿੰਨੇ ਲੋਕਾਂ ਨੂੰ ਮਰਵਾਉਣਾ ਇੱਥੇ। ਤੁਸੀਂ ਕਹਿੰਦੇ ਵੀ ਇਹ ਸੱਤਾ ਦੀ ਗੱਲ, ਇੱਕ ਲੀਡਰ ਜਿਹੜਾ ਅਸੀਂ ਨਾਂ ਨਹੀਂ ਲੈਂਦੇ, ਉਹ ਤਾਂ ਬੜਾ ਡਿਟਰਮਿੰਡ ਸੀ ਵੀ ਇੱਥੋਂ ਇਹਨਾਂ ਗੱਲਾਂ ਨੂੰ ਥੱਲੇ ਸਮਝੌਤੇ ਨਹੀਂ ਹੋਣਾ ਤੇ ਮੈਂ ਕਰ ਨਹੀਂ ਦੇਣਾ ਅਕਾਲੀ ਦਲ ਨੂੰ। ਉਹਦਾ ਨਾਂ ਨਹੀਂ ਲੈਂਦੇ ਅਸੀਂ। ਸਮੱਸਿਆ ਉੱਥੇ ਆ ਜਾਂਦੀ ਹੈ। ਫਿਰ ਇੱਕ ਲੀਡਰ ਸੀ ਜਿਹੜਾ ਕਹਿੰਦਾ ਸੀ ਵੀ ਮੈਂ ਅਕਾਲੀ ਦਲ ਨੂੰ ਇਹਨਾਂ ਗੱਲਾਂ ਨੂੰ ਥੱਲੇ ਸਮਝੌਤਾ ਨਹੀਂ ਕਰਨ ਦੇਣਾ ਕਿਉਂਕਿ ਡਿਮਾਂਡ ਇਹਨਾਂ ਦੀ ਹੈ। ਉਹਦਾ ਨਾਂ ਅਕਾਲੀ ਦਲ ਵਾਲੇ ਨਹੀਂ ਲੈਂਦੇ। ਉਹ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ। ਅਖੀਰ ਤੱਕ ਉਹ ਸਮਝੌਤੇ ਵਾਸਤੇ ਤਿਆਰ ਸੀ, ਪ੍ਰੋਵਾਈਡਡ ਕਿ ਉਹ ਸਮਝੌਤਾ ਅਕਾਲੀ ਦਲ ਇਹਨਾਂ ਮੰਗਾਂ ਤੇ ਫਰੇਮਵਰਕ ਦੇ ਵਿੱਚ ਹੋਏ। ਸੋ ਇਹ ਇਤਿਹਾਸ ਦੇ ਵਿੱਚ ਬੜਾ ਕੁਛ ਹੈ। ਤਾਂ ਮੈਂ ਕਿਹਾ ਵੀ ਗੱਲ ਅੱਗੇ ਦੇਖਣ ਦੀ ਹੈ ਵੀ ਇਸ ਤੋਂ ਅੱਗੇ ਕੀ ਹੋ ਸਕਦਾ ਹੈ। ਹਰਿਆਣੇ ਨੂੰ ਆਪਣੀ ਕੈਪੀਟਲ ਚਾਹੀਦੀ ਹੈ ਤੇ ਹਰਿਆਣਾ ਆਪਣਾ ਕੈਪੀਟਲ ਬਣਾਵੇ, ਭਾਵੇਂ ਪੰਚਕੂਲੇ ਬਣਾ ਲੈਂਦੇ। ਰਾਦਰ ਜੇ ਇਹ ਕੈਪੀਟਲ ਆਪਣੇ ਸਟੇਟ ਦੇ ਸੈਂਟਰ ਦੇ ਵਿੱਚ ਬਣਾਉਂਦੇ, ਇੱਕ ਨਿਊਕਲੀਅਸ ਬਣ ਜਾਣਾ ਸੀ ਹਰਿਆਣੇ ਦਾ ਜੀ। ਪੰਜਾਬ ਦੀ ਕੈਪੀਟਲ ਤਾਂ ਚੰਡੀਗੜ੍ਹ ਸੀ ਹੀ। ਇਹ ਤਾਂ ਬਣਿਆ ਹੀ ਸ਼ਹਿਰ ਪੰਜਾਬ ਦੀ ਕੈਪੀਟਲ ਵਾਸਤੇ ਸੀਗਾ। ਤਾਂ ਇਹਦੀ ਤਾਂ ਸਮੱਸਿਆ ਨਹੀਂ ਸੀਗੀ। ਹੁਣ ਅੱਜ ਦੀ ਤਰੀਕ ਇਹ ਹੈ, ਹੁਣ ਇਨ ਪ੍ਰੈਕਟੀਕਲ ਮੈਂ ਕਈ ਵਾਰੀ ਇਹ ਐਗਜ਼ਾਮਪਲ ਦਿਆ ਕਰਦਾ ਔਰ ਕਈਆਂ ਨੂੰ ਸੂਟ ਨਹੀਂ ਕਰਦੀ। ਤੁਸੀਂ ਚੰਡੀਗੜ੍ਹ ਦੇ ਵਿੱਚੋਂ ਨਿਕਲ ਕੇ ਮੁਹਾਲੀ ਜਾਓ ਤੇ ਦੋਵਾਂ ਸ਼ਹਿਰਾਂ ਦਾ ਫਰਕ ਦੇਖ ਲਓ। ਮੁਹਾਲੀ ਦੀਆਂ ਸੜਕਾਂ ਐਸੀਆਂ ਤੁਹਾਨੂੰ ਬਹੁਤ ਮਿਲ ਜਾਣਗੇ ਜਿਨ੍ਹਾਂ ਤੇ ਗੱਡੀ ਚਲਾਉਣੀ ਮੁਸ਼ਕਲ ਹੈ। ਚੰਡੀਗੜ੍ਹ 'ਚ ਘੱਟੋ ਘੱਟ ਇਹ ਹਾਲ ਨਹੀਂ ਹੈ ਜੀ। ਸੋ ਇਹ ਸਾਰੇ ਹੀ ਮੰਨਦੇ ਆ ਇਹਨਾਂ ਗੱਲਾਂ ਨੂੰ। ਮੈਂ ਜਿਹੜਾ ਪਹਿਲਾਂ ਕਿਹਾ ਵੀ ਕੈਪੀਟਲ ਪ੍ਰੋਜੈਕਟ ਹੋਣ ਕਰਕੇ ਇੱਥੇ ਪੈਸਾ ਖੁੱਲਾ ਆਇਆ ਪਹਿਲਾਂ ਜੀ, ਤੇ ਹੁਣ ਵੀ ਆਉਂਦਾ। ਹੁਣ ਮੈਨੂੰ ਇਹ ਨਹੀਂ ਪਤਾ ਵੀ ਟੈਕਨੀਕਲੀ ਇਸ ਵੇਲੇ ਕੈਪੀਟਲ ਪ੍ਰੋਜੈਕਟ ਹੈ ਕਿ ਨਹੀਂ ਹੈ, ਲੇਕਿਨ ਪਹਿਲਾਂ ਸ਼ੁਰੂਆਤ ਕੈਪੀਟਲ ਪ੍ਰੋਜੈਕਟ ਸੀ ਇਹਦੀ। ਰੰਧਾਵਾ ਸਾਹਿਬ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉਹ ਚੰਡੀਗੜ੍ਹ ਦੀ, ਉਹਦੇ ਇੱਕ ਦਿਲਚਸਪ ਟਿੱਪਣੀ ਇਹ ਹੈਗੀ ਹੈ ਮੈਨੂੰ ਜੋ ਨਜ਼ਰ ਆ ਰਹੀ ਹੈ, 1857 ਦੇ ਗਦਰ ਦੇ ਬਾਅਦ ਦਿੱਲੀ ਡਿਵੀਜ਼ਨ ਦੇ ਵਿੱਚ ਨਾਰਥ ਵੈਸਟ ਪ੍ਰੋਵਿੰਸ ਦੇ ਜਿਹੜੇ ਇਲਾਕੇ ਸੀਗੇ ਉਹ 1858 ਦੇ ਵਿੱਚ ਉਹ ਇਲਾਕੇ ਸੀਗੇ ਦਿੱਲੀ ਔਰ ਹਿਸਾਰ ਡਿਵੀਜ਼ਨ ਦੇ, ਜਿਹੜੇ ਕਿ ਅੰਬਾਲਾ, ਦਿੱਲੀ, ਗੁੜਗਾਉਂ, ਹਿਸਾਰ, ਕਰਨਾਲ ਤੇ ਰੋਹਤਕ, ਇਹਨਾਂ ਨੂੰ ਐਜ਼ ਏ ਪਨਿਸ਼ਮੈਂਟ
ਉਹਨਾਂ ਨੂੰ ਸਜ਼ਾ ਦੇਣ ਲਈ ਪੰਜਾਬ ਦੇ ਨਾਲ ਟੁੰਗ ਦਿੱਤੇ ਗਏ ਸੀਗੇ। ਇਹਨਾਂ ਦਾ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਟਰ ਦਿੱਲੀ ਸੀਗਾ। ਸੋ ਜੇਕਰ ਅਗਰ ਮਸਲੇ ਦਾ ਹੱਲ ਇਹ ਹੈ, ਕਿਉਂਕਿ ਇਹ ਇਲਾਕੇ ਜਿਹੜੇ ਮੇਨ ਹਰਿਆਣਾ ਸੀ, ਜਿਹਦੇ ਬਾਰੇ ਕਿਹਾ ਗਿਆ ਕਿ ਕਲਚਰਲੀ ਇਹ ਵੀ ਅਜੇ ਵੀ ਵੈਸਟ ਯੂਪੀ ਦੇ ਨਾਲ ਰਲਦੇ ਹੈ, ਕਲਚਰਲੀ ਉਹਨਾਂ ਨਾਲ ਸੀਗੇ, ਜਿਹਦੇ ਵਿੱਚ ਅੰਬਾਲਾ, ਦਿੱਲੀ, ਗੁੜਗਾਉਂ, ਹਿਸਾਰ, ਕਰਨਾਲ, ਰੋਹਤਕ, ਇਹਨਾਂ ਨੂੰ ਕਲੇਮ ਚੰਡੀਗੜ੍ਹ ਦੀ ਬਜਾਏ ਉੱਥੇ ਕਰਨਾ ਚਾਹੀਦਾ, ਦਿੱਲੀ ਦੇ ਵਿੱਚ ਕਲੇਮ ਕਰਨਾ ਚਾਹੀਦਾ ਕਿ ਉਹਨਾਂ ਦੀ ਕੈਪੀਟਲ ਹੋਣੀ ਚਾਹੀਦੀ। ਅਸੀਂ ਗੱਲ ਕਰ ਚੁੱਕੇ ਹਾਂ ਰੰਧਾਵਾ ਜੀ ਆਪਣੇ ਇਲਾਵਾ ਜੀ, 2 ਪਿਛਲੇ ਪ੍ਰੋਗਰਾਮ ਖਾਨ ਸਾਹਿਬ ਨਾਲ ਹੀ ਕੀਤੀ ਸੀ ਗੱਲ, ਮੈਂ ਬੈਕਗ੍ਰਾਉਂਡ ਦਿੱਤੀ ਸੀ ਵੀ ਹੋਇਆ ਕੀ ਹੈ। ਹਾਂਜੀ ਹਾਂਜੀ, ਮੈਨੂੰ ਲੱਗਦਾ ਕਿ ਅੱਜ ਇਹਨੂੰ ਖਤਮ ਕਰਦੇ ਆ। ਵੈਸੇ ਖੁੱਲੀਆਂ ਗੱਲਾਂ ਦੇ ਮਨ ਚ ਵਧੀਆ ਰਹਿੰਦੇ ਆ। ਠੀਕ ਹੈ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਬਹੁਤ ਬਹੁਤ।